ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਵੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਖੱਤਰੀ ਬ੍ਰਾਹਮਣ ਸੂਦ ਵੈਸ, ਸਭ ਏਕੈ ਨਾਮ ਤਰਾਨਥ। ਗੁਰ ਨਾਨਕ ਉਪਦੇਸ ਕਹਿਤ ਹੈ, ਜੋ ਸੁਨੈ ਸੋ ਪਾਰ ਪਰਾਨਥ। ਜਿਥੈ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਸਿੱਧ ਆਸਣ ਸਭ ਜਗਤ ਦੇ, ਨਾਨਕ ਆਦ ਮਤੇ ਜੇ ਕੋਆ। ਘਰ ਘਰ ਅੰਦਰ ਧਰਮਸਾਲ, ਹੋਵੈ ਕੀਰਤਨ ਸਦਾ ਵਿਸੋਆ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਆ। ਗੁਰਮੁਖ ਕਲ ਵਿੱਚ ਪ੍ਰਗਟ ਹੋਆ, ਸਿੱਧ ਸਭਾ ਕਰ ਆਸਣ ਬੈਠੇ। ਸੰਤ ਸਭਾ ਜੈਕਾਰੋ, ਤਿਸ ਆਗੈ ਰਹਿ ਰਾਸ ਹਮਾਰੀ। ਸਾਚਾ ਅਪਰ ਅਪਾਰੋ। ਵਾਹਿਗੁਰੂ ਸਾਹਿਬ ਜੀ। ਰਹਿ ਸਤ ਅੰਗੁਰ ਵਾਈ ਔਧੂ, ਸੁਨ ਸਚ ਆਹਾਰੋ। ਗੁਰਮੁਖ ਬੋਲੇ ਤਤ ਬਿਰੋਲੇ, ਇਨੇ ਅਲਖੇ ਪਾਰੋ। ਰਹਿ ਸਤ ਅੰਗੁਰ ਵਾਈ ਔਧੂ, ਸੁਨ ਸਚ ਆਹਾਰੋ। ਗੁਰਮੁਖ ਬੋਲੇ ਤਤ ਬਿਰੋਲੇ, ਇਨੇ ਅਲਖੇ ਅਪਾਰੋ। ਤ੍ਰੈ ਗੁਣ ਭੇਟੈ ਸਬਦ ਵਸਾਏ, ਤਾ ਮਨ ਚੁਕੈ ਅਹੰਕਾਰੋ। ਅੰਤਰ ਬਾਹਰ ਏਕੋ ਜਾਣੈ, ਤਾਹਰ ਨਾਮ ਲਗੈ ਪਿਆਰੋ। ਸੁਖਮ ਨਾ ਏੜਾ ਪਿੰਗਲਾ ਬੂਝੈ, ਜਾ ਆਪੇ ਅਲਖ ਲਖਾਏ। ਨਾਨਕ ਤਿਹੁ ਤੇ ਉਪਰ ਸਾਚਾ, ਸਤਿਗੁਰ ਸ਼ਬਦ ਸਮਾਏ। ਸੁਖਮ ਨਾ ਹੀਰਾ ਪਿੰਗਲਾ ਬੂਝੈ, ਜਾ ਆਪੇ ਅਲਖ ਲਖਾਏ।
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਹਰ ਜਹੂਰ ਹਾਜ਼ਰ ਹਜੂਰ ਸਰਬ ਕਲਾ ਭਰਪੂਰ ਪਦ ਪਾਵਨ ਭਗਤ ਵਸ਼ਲ ਦੀਨ ਦਇਆਲ ਮਿਹਰਬਾਨ ਅੰਤਰਜਾਮੀ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼ਬਦ ਗੁਰੂ ਬਾਣੀ ਗੁਰੂ ਸਮਰੱਥ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਰੰਪਾਰ ਮਿਹਰ ਆਮਦ ਦਾ ਸਦਕਾ, ਕਿਰਪਾਲਤਾ ਦਾ ਸਦਕਾ, ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨੇ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ, ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਪੰਜ ਬਾਣੀਆਂ ਦਾ ਨਿਤਨੇਮ ਹੋਇਆ। ਆਸਾ ਕੀ ਵਾਰ ਦਾ ਸੰਪੂਰਨ ਕੀਰਤਨ ਹੋਇਆ। ਸਤਿਗੁਰੂ ਜੀ ਨੇ ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ। ਗੁਰਸਿੱਖ ਸੰਗਤਾਂ ਨੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ, ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਦਿਆਂ ਹੋਇਆਂ ਸਤ ਸੰਗਤ ਦਾ ਲਾਭ ਪ੍ਰਾਪਤ ਕੀਤਾ। ਸਤ ਸੰਗਤ ਕੈਸੀ ਜਾਣੀਐ ਜਿੱਥੈ ਏਕੋ ਨਾਮ ਵਖਾਣੀਐ, ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਇਹ ਸਤ ਸੰਗਤ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਕਾਇਮ ਕੀਤੀ ਹੈ ਕਿ ਸਦਾ ਵਾਸਤੇ ਸੰਸਾਰ ਦੇ ਜੀਵਾਂ ਦਾ ਉਧਾਰ ਹੁੰਦਾ ਰਹੇ, ਸੰਸਾਰ ਦੇ ਜੀਵਾਂ ਦੀ ਕਲਿਆਣ ਹੁੰਦੀ ਰਹੇ। ਸੰਗਤ ਪਾਰਿ ਉਤਾਰਨ ਕਉ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਇਹ ਸੰਗਤ ਦਾ ਪਾਰ ਉਤਾਰਾ ਕਰਨ ਵਾਸਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਇਹ ਰਸਤਾ ਕਾਇਮ ਕੀਤਾ ਹੈ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਜਿਵੇਂ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਹਨ, ਤਿਨ ਇਹ ਕਲਮੋ ਧਰਮ ਚਲਾਇਓ, ਸਭ ਸਾਧਨ ਕੋ ਰਾਹੋ ਬਤਾਇਓ। ਜੋ ਤਾਂ ਕੇ ਮਾਰਗ ਮਹਿ ਆਏ, ਤੇ ਕਬਹੂ ਨਹੀਂ ਪਾਪ ਸੰਤਾਏ। ਜੇ ਜੇ ਪੰਥ ਤਵਨ ਕੇ ਪਰੇ, ਪਾਪ ਤਾਪ ਤਿਨ ਕੇ ਪ੍ਰਭ ਹਰੇ। ਦੁਖ ਭੂਖ ਕਬਹੂ ਨਾ ਸੰਤਾਏ, ਜਾਲ ਕਾਲ ਕੇ ਬੀਚ ਨਾ ਆਏ। ਤੋ ਮਹਾਰਾਜ ਸਾਹਿਬ ਜੀ ਨੇ ਇਹ ਸਤ ਸੰਗਤ ਦਾ ਮਾਰਗ, ਜੋ ਉੱਤਮ ਮਾਰਗ ਹੈ, ਉੱਤਮ ਰਸਤਾ ਹੈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਜਿਸ ਵਿੱਚ ਚੱਲਣ ਕਰਕੇ ਤੇਹ ਮਿਲੰਤ ਜਮ ਤਰਾਸ ਮਿਟਾਈ। ਜਮਾਂ ਦਾ ਡਰ ਮੁੱਕ ਜਾਂਦਾ ਹੈ, ਕਿਉਂਕਿ ਜਿੱਥੇ ਗੁਰੂ ਕੀ ਸੰਗਤ ਹੈ, ਸਿਮਰਨ ਭਜਨ ਹੈ, ਜਮਦੂਤ ਉਧਰ ਨੂੰ ਝਾਕਦੇ ਵੀ ਨਹੀਂ ਹਨ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਹੁਣਾ ਹਉਣਾ ਤੂੰ ਨਹਿ ਛੁਟਹਿ, ਨਿਕਟ ਨਾ ਜਾਈਆ ਦੂਤ। ਤੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਗੁਰੂ ਕੀ ਸੰਗਤ ਜੀ, ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੀ ਕਥਾ ਜੋ ਲੜੀਵਾਰ ਰੂਪ ਦੇ ਵਿੱਚ ਸਿੱਧ ਗੋਸ਼ਟ ਬਾਣੀ ਵਿੱਚ ਚੱਲ ਰਹੀ ਹੈ, ਜੋ ਸਿੱਧਾਂ ਦੇ ਨਾਲ ਜਗਤ ਗੁਰੂ ਜੀ ਦੀ ਗੋਸ਼ਟੀ ਹੋਈ ਹੈ, ਗਿਆਨ ਵਿਚਾਰ ਹੋਈ ਹੈ, ਗਿਆਨ ਚਰਚਾ ਹੋਈ ਹੈ। ਸਿੱਧਾਂ ਦੇ ਸਵਾਲ ਗੁਰੂ ਸਾਹਿਬ ਜੀ ਨੇ ਜਵਾਬ ਦਿੱਤੇ ਹਨ। ਸਿੱਧਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੰਦਿਆਂ ਹੋਇਆਂ ਇਹ ਬਾਣੀ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤੀ ਹੈ। ਮਹਾਨ ਪਵਿੱਤਰ ਮਹਾਨ ਕਲਿਆਣਕਾਰੀ ਉਪਦੇਸ਼ ਗੁਰੂ ਜੀ ਦਾ ਹੈ। ਸੋ ਜਿਸ ਦੀ ਵਿਚਾਰ ਚਲਦਿਆਂ ਹੋਇਆਂ ਸਾਧ ਸੰਗਤ ਜੀ 59 ਪੌੜੀਆਂ ਪਿੱਛੇ ਹੋਈਆਂ ਹਨ। ਜੋ 58 ਨੰਬਰ ਦੀ ਪੌੜੀ ਹੈ ਉਹਦੇ ਵਿੱਚ ਸਿੱਧਾਂ ਦੇ ਸਵਾਲ ਸੀ। ਇਸੇ ਤਰ੍ਹਾਂ 59ਵੀਂ ਪੌੜੀ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਉੱਤਰ ਦਿੱਤੇ, ਤੇ ਕੁਝ ਇਹ 58 ਨੰਬਰ ਦੀ ਪੌੜੀ ਦੇ ਉੱਤਰ ਅੱਗੇ ਅੱਜ ਇਹ 60 ਨੰਬਰ ਦੀ ਪੌੜੀ ਦੇ ਵਿੱਚ ਆ ਰਹੇ ਹਨ। ਜਿਵੇਂ ਸਿੱਧਾਂ ਨੇ
ਸਵਾਲ ਕੀਤਾ ਸੀ, ਤ੍ਰੈ ਸੱਤ ਅੰਗੁਲ ਵਾਈ ਕਹੀਐ ਤਿਸ ਕਹੋ ਕਮਨ ਆਧਾਰੋ। ਫਿਰ ਆਖਿਆ ਸੀ, ਬੋਲੇ ਖੇਲੇ ਅਸਥਿਰ ਹੋਵੇ ਕਿਉਂ ਕਰ ਅਲਖ ਲਖਾਏ। ਕਿ ਇਹ ਸਿੱਧਾਂ ਦੇ ਸਵਾਲ ਸੀਗੇ ਜਿਨ੍ਹਾਂ ਦੇ ਉੱਤਰ ਸਾਧ ਸੰਗਤ ਜੀ ਇਹ ਕੁਝ ਤਾਂ ਮਹਾਰਾਜ ਨੇ 59ਵੀਂ ਪੌੜੀ 'ਚ ਦਿੱਤੇ ਜਿਨ੍ਹਾਂ ਦੀ ਵਿਚਾਰ ਕੱਲ੍ਹ ਹੋ ਚੁੱਕੀ ਹੈ। ਕੁਝ ਸਵਾਲਾਂ ਦੇ ਜਵਾਬ ਇਸ 60 ਨੰਬਰ ਦੀ ਪੌੜੀ ਵਿੱਚ ਆ ਰਹੇ ਹਨ। ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤ੍ਰੈ ਸਤ ਅੰਗੁਲ ਵਾਈ ਔਧੂ। ਸਿੱਧਾਂ ਦਾ ਸਵਾਲ ਸੀ ਕਿ ਮਹਾਰਾਜ ਜੋ 3 ਤੇ 7 ਇਹ 10 ਉਂਗਲਾਂ ਜੋ ਸਵਾਸ ਨਾਸਕਾਂ ਤੋਂ ਬਾਹਰ ਨੂੰ ਜਾਂਦਾ ਹੈ ਤੇ ਫੇਰ ਅੰਦਰ ਨੂੰ ਆਉਂਦਾ ਹੈ, ਇਹ ਕਿਹੜੇ ਆਸਰੇ ਤੇ ਹੈ? ਤ੍ਰੈ ਸੱਤ ਅੰਗੁਲ ਵਾਈ ਕਹੀ ਹੈ ਤਿਸ ਕਹੋ ਕਮਨ ਆਧਾਰੋ। ਮਹਾਰਾਜ ਦੱਸੋ ਇਹਦਾ ਕੀ ਆਧਾਰ ਹੈ, ਕਿਹਦੇ ਆਧਾਰ ਤੇ ਇਹ ਸਵਾਸ 10 ਉਂਗਲਾਂ ਬਾਹਰ ਨੂੰ ਜਾਂਦਾ ਹੈ ਤੇ ਫੇਰ ਵਾਪਸ ਆ ਜਾਂਦਾ ਹੈ? ਇਹ ਲਗਾਤਾਰ ਇਹ ਪ੍ਰਕਿਰਿਆ ਚੱਲਦੀ ਰਹਿੰਦੀ ਹੈ, ਕਿਹਦੇ ਆਸਰੇ ਤੇ ਇਹ ਚੱਲਦੀ ਹੈ? ਕਿਵੇਂ ਚੱਲਦਾ ਹੈ ਸਵਾਸ, ਕਿਵੇਂ 10 ਉਂਗਲਾਂ ਬਾਹਰ ਨੂੰ ਜਾਂਦਾ ਹੈ? ਉਂਝ ਸਵਾਸਾਂ ਦੀ ਜਿਹੜੀ ਆਰੰਭਤਾ ਹੈ ਉਹ ਨਾਭੀ ਤੋਂ ਹੁੰਦੀ ਹੈ। ਨਾਭ ਦੇ ਵਿੱਚੋਂ, ਧੁੰਨੀ ਦੇ ਵਿੱਚੋਂ, ਨਾਭੀ ਦੇ ਵਿੱਚੋਂ ਪਾਉਣ ਜਿਹੜੀ ਹੈ ਉਹਦੀ ਆਰੰਭਤਾ ਹੁੰਦੀ ਹੈ। ਪਰ ਇਹ ਜਿਹੜਾ 10 ਉਂਗਲਾਂ ਦੀ ਇਹ ਗਿਣਤੀ ਹੈ ਇਹ ਨਾਸਕਾਂ ਤੋਂ ਕੀਤੀ ਜਾਂਦੀ ਹੈ। ਬਾਹਰ ਨੂੰ ਜੋ ਸਵਾਸ ਆਪਾਂ ਲੈਂਦੇ ਆ ਤੇ ਫਿਰ ਉਹ ਗਰਾਸ ਬਣ ਕੇ ਅੰਦਰ ਜਾਂਦਾ ਹੈ। ਇਹ ਸਾਸ ਤੇ ਗਰਾਸ ਇਹ ਨਾਸਕਾਂ ਤੋਂ ਗਿਣਿਆ ਹੋਇਆ 10 ਉਂਗਲਾਂ। ਤ੍ਰੈ ਸੱਤ ਅੰਗੁਲ ਵਾਈ ਕਹੀਏ ਤਿਸ ਕਹੋ ਕਮਨ ਆਧਾਰੂ। ਕਿ ਇਹ ਜੋ ਤ੍ਰੈ 3 ਤੇ 7 10 ਇਹ 10 ਉਂਗਲਾਂ ਜੋ ਪਾਉਣ ਹੈ, 10 ਉਂਗਲਾਂ ਜੋ ਸਵਾਸ ਹੈ ਬਾਹਰ ਜਾਂਦਾ ਹੈ ਫਿਰ ਅੰਦਰ ਆਉਂਦਾ ਹੈ, ਇਹਦਾ ਆਸਰਾ ਕੀ ਹੈ? ਕਿਹਦੇ ਆਧਾਰ ਤੇ ਸਵਾਸ ਇਸ ਤਰ੍ਹਾਂ ਚੱਲਦੇ ਆ? ਤਾਂ ਮਹਾਰਾਜ ਸਾਹਿਬ ਜੀ ਉੱਤਰ ਦਿੰਦੇ ਇਸ ਦਾ, ਤ੍ਰੈ ਸੱਤ ਅੰਗੁਲ ਵਾਈ ਔਧੂ। ਇਹ ਔਧੂ, ਔਧੂ ਨਾਮ ਹੈ ਅਵਧੂਤ, ਔਧੂ ਨਾਮ ਹੈ ਸਾਧੂ ਦਾ, ਔਧੂ ਨਾਮ ਹੈ ਅਵਧੂਤ ਸੁੱਧ ਸਰੂਪ। ਮਹਾਰਾਜ ਕਹਿੰਦੇ, ਹੇ ਸੁੱਧ ਸਰੂਪ, ਇਹ ਅਵਧੂਤ, ਹੇ ਸਾਧੂ ਜਨੋ ਸਿੱਧੋ, ਇਹ ਜੋ 10 ਉਂਗਲਾਂ ਸਵਾਸ ਹੈ ਇਹ ਪਾਉਣ ਹੈ ਜੋ ਨਾਸਕਾਂ ਤੋਂ ਬਾਹਰ ਜਾਂਦੀ ਹੈ ਫੇਰ ਵਾਪਸ ਆਉਂਦੀ ਹੈ, ਸੁਨ ਸੱਚ ਆਹਾਰੋ। ਇਹ ਸੁਨ ਜੋ ਅਫੁਰ ਸਰੂਪ ਹੈ ਨਾ, ਪਰਮੇਸ਼ਰ ਜੋ ਸੱਚ ਸੱਚਾ ਹੈ, ਅਫੁਰ ਸਰੂਪ ਹੈ, ਉਹਦੇ ਆਸਰੇ ਤੇ ਹੈ। ਆਹਾਰੋ, ਜੋ ਆਹਾਰੋ ਕਹੀਏ ਕਿ ਇਹ ਭੋਜਨ, ਇਹ ਸਵਾਸਾਂ ਦਾ ਭੋਜਨ, ਇਹ ਸੁਨ ਸੱਚ ਆਹਾਰੋ ਹੈ। ਅਫੁਰ ਸਰੂਪ ਉਹ ਸੱਚਾ ਪਰਮੇਸ਼ਰ ਜੋ ਹੈ ਉਹਦੇ ਆਸਰੇ ਤੇ, ਕਿਉਂਕਿ ਜਿਹੜਾ ਭੋਜਨ ਹੈ ਉਹ ਵੀ ਬੰਦੇ ਨੂੰ ਆਸਰਾ ਦਿੰਦਾ ਹੈ ਨਾ। ਇੱਥੇ ਹੈ ਕਿ ਉਹ ਸੱਚ ਸਰੂਪ ਪਰਮੇਸ਼ਰ ਦਾ ਹੀ ਆਸਰਾ ਹੈ, ਉਹਦਾ ਹੀ ਆਧਾਰ ਹੈ। ਅਫੁਰ ਸਰੂਪ ਜੋ ਪਰਮੇਸ਼ਰ ਹੈ ਸੱਚਾ, ਉਹਦੇ ਆਸਰੇ ਦੇ ਉੱਤੇ ਸਵਾਸ ਚੱਲਦੇ ਹਨ। ਸਵਾਸਾਂ ਨੂੰ ਪਰਮੇਸ਼ਰ ਵਾਹਿਗੁਰੂ ਜੀ ਨੇ ਆਸਰਾ ਦਿੱਤਾ ਹੋਇਆ, ਕਿਉਂਕਿ ਸਰੀਰ ਨੂੰ ਆਸਰਾ ਜਿਹੜਾ ਇਹ ਸਵਾਸਾਂ ਨੇ ਦਿੱਤਾ। ਸਰੀਰ ਸਵਾਸਾਂ ਦੇ ਆਸਰੇ ਤੇ ਚੱਲਦਾ। ਇਹ ਜੋ ਪ੍ਰਾਣ ਹੈ, ਪੌਣ ਹੈ ਸਾਡੇ ਸਰੀਰ ਦੇ ਵਿੱਚ, ਮੁੱਖ ਰੂਪ ਦੇ ਵਿੱਚ ਅਸੀਂ ਸਵਾਸ ਕਹਿੰਦੇ ਹਾਂ ਜਾਂ ਪ੍ਰਾਣ ਕਹਿੰਦੇ ਹਾਂ ਜਾਂ ਇਸੇ ਤਰ੍ਹਾਂ ਦਮ ਕਹਿ ਦਿੰਦੇ ਹਾਂ। ਦਮ ਦਮ ਗੁਰਬਾਣੀ ਵਿੱਚ ਵੀ ਆਉਂਦਾ, ਦਮ ਦਮ ਸਦਾ ਸਮਾਲ ਦਾ ਦਮ ਨਾ ਬਿਰਥਾ ਜਾਏ। ਸਵਾਸਾਂ ਨੂੰ ਦਮ ਵੀ ਕਹਿ ਦਿੰਦੇ, ਤੇ ਦਮ ਕਰਕੇ ਹੀ ਆਦਮੀ ਨਾਂ ਰੱਖਿਆ ਇਸ ਦਾ। ਆਦਮੀ, ਹਮ ਆਦਮੀ ਹਾਂ ਇੱਕਦਮੀ, ਇੱਕਦਮ। ਹੁਣ ਇੱਕਦਮ ਤੋਂ ਪਤਾ ਨਹੀਂ ਦੂਸਰਾ ਦਮ ਆਉਣਾ ਕਿ ਨਹੀਂ ਆਉਣਾ। ਇਹੋ ਹੀ ਸਵਾਲ ਸਿੱਧਾ ਨੇ ਕੀਤਾ ਮਹਾਰਾਜ ਵੀ ਇਹ ਜਿਹੜਾ ਦਮ, ਇਹ ਜਿਹੜਾ ਸਵਾਸ ਇਹ ਬਾਹਰ ਜਾਂਦੇ 10 ਉਂਗਲਾਂ ਇਹ ਵਾਪਸ ਆਉਂਦੇ ਆ, ਇਹ ਕਿਹਦੇ ਆਸਰੇ ਤੇ? ਤੇ ਸਤਿਗੁਰੂ ਕਹਿੰਦੇ ਸੁਨ ਸੱਚ ਆਹਾਰੋ। ਇਹ ਸਵਾਸਾਂ ਦਾ ਜੋ ਆਹਾਰ ਹੈ, ਸਵਾਸਾਂ ਦਾ ਜੋ ਭੋਜਨ ਹੈ, ਸਵਾਸਾਂ ਦਾ ਭਾਵ ਜੋ ਆਸਰਾ ਹੈ, ਉਹ ਸੁਨ ਸਰੂਪ ਹੈ, ਅਫੁਰ ਸਰੂਪ ਪਰਮੇਸ਼ਰ ਹੈ, ਸੱਚਾ ਹੈ। ਉਹ ਸੱਚੇ ਵਾਹਿਗੁਰੂ ਦੇ ਆਸਰੇ ਦੇ ਉੱਤੇ ਸਵਾਸ ਚੱਲ ਰਹੇ, ਇਹ ਦਮ ਚੱਲ ਰਹੇ ਹਨ। ਤੇ ਦਮਾਂ ਕਰਕੇ ਸਾਨੂੰ ਆਦਮੀ ਆਖਿਆ ਜਾਂਦਾ ਹੈ।
ਹਮ ਆਦਮੀ ਹਾਂ ਇਕਦਮੀ ਮੋਹਲਤ ਮੋਹਤ ਨਾ ਜਾਣਾ, ਨਾਨਕ ਬਿਨ ਵੈ ਤਿਸੈ ਸਰੇਵਾ ਜਾ ਕੇ ਜੀ ਅਪਰਾਣਾ। ਪ੍ਰਾਣਾ ਕਰਕੇ ਸਾਨੂੰ ਪ੍ਰਾਣੀ ਕਹਿ ਦਿਆ ਜਾਂਦਾ। ਪ੍ਰਾਣਾ ਕਰਕੇ ਅਸੀਂ ਚੱਲਦੇ ਹਾਂ, ਪ੍ਰਾਣਾ ਨੇ ਸਾਨੂੰ ਆਸਰਾ ਦਿੱਤਾ ਹੋਇਆ। ਇਸ ਕਰਕੇ ਗੁਰਬਾਣੀ ਵਿੱਚ ਕਿੰਨੀ ਵਾਰੀ ਪ੍ਰਾਣੀ ਕਹਿ ਕੇ ਇਨਸਾਨ ਨੂੰ ਸੰਬੋਧਨ ਕੀਤਾ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ। ਪ੍ਰਾਣੀ ਏਕੋ ਨਾਮ ਧਿਆਵੋ, ਆਪਣੀ ਪਤ ਸੇਤੀ ਘਰ ਜਾਵੋ। ਪ੍ਰਾਣੀ ਕਿਉਂ ਆਖਿਆ? ਪ੍ਰਾਣੀ ਤਾਂ ਹੀ ਆਖਿਆ ਕਿਉਂਕਿ ਪ੍ਰਾਣਾ ਨੇ ਸਰੀਰ ਨੂੰ ਆਸਰਾ ਦਿੱਤਾ ਹੋਇਆ। ਪ੍ਰਾਣਾ ਕਰਕੇ ਸਰੀਰ ਚੱਲਦਾ। ਜਦੋਂ ਪ੍ਰਾਣ ਨਾ ਚੱਲਣ ਉਦੋਂ ਕਹਿ ਦਿੱਤਾ ਜਾਂਦਾ ਨਾ ਪ੍ਰਾਣ ਨਿਕਲ ਗਏ, ਪ੍ਰਾਣ ਖਤਮ ਹੋ ਗਏ। ਇਸ ਕਰਕੇ ਪ੍ਰਾਣ ਮੁੱਖ ਰੂਪ ਵਿੱਚ ਆਪਾਂ ਇਹ ਸਵਾਸਾਂ ਨੂੰ ਹੀ ਪ੍ਰਾਣ ਕਹਿੰਦੇ ਹਾਂ, ਇਹਨਾਂ ਨੂੰ ਹੀ ਦਮ ਕਹਿੰਦੇ ਹਾਂ। ਉਂਝ 5 ਪ੍ਰਕਾਰ ਦੇ ਪ੍ਰਾਣ, 5 ਪ੍ਰਕਾਰ ਦੇ ਉਪ ਪ੍ਰਾਣ ਹਨ। 10 ਪ੍ਰਕਾਰ ਦੇ ਪ੍ਰਾਣਾਂ ਦੀ ਗਿਣਤੀ ਲਿਖੀ ਹੋਈ ਹੈ ਗ੍ਰੰਥਾਂ ਦੇ ਵਿੱਚ ਮਹਾਂਪੁਰਖਾਂ ਨੇ। 10 ਪ੍ਰਕਾਰ ਦੇ ਪ੍ਰਾਣ। ਤੋ ਇਹ ਪ੍ਰਾਣਾਂ ਦੇ ਵੱਖਰੇ ਵੱਖਰੇ ਨਾਮ ਹਨ, ਵੱਖਰੇ ਵੱਖਰੇ ਅਸਥਾਨ। ਤਾਂ ਇਹ 10 ਪ੍ਰਕਾਰ ਦੀ ਜਿਹੜੀ ਹਵਾ ਹੀ ਹੈ, ਪ੍ਰਾਣ ਕਹਿ ਲਈਏ, ਹਵਾ ਕਹਿ ਲਈਏ, ਪਾਉਣ ਨਾਮ ਹੀ ਹਵਾ ਦਾ ਹੀ ਹੈ। ਇਹ ਸਾਡੇ ਸਰੀਰ ਦੇ ਵਿੱਚ ਹੈ। ਤਾਂ ਇਹ ਪ੍ਰਾਣਾ ਕਰਕੇ ਸਾਨੂੰ ਪ੍ਰਾਣੀ ਕਿਹਾ ਜਾਂਦਾ ਹੈ। ਤੇ ਪ੍ਰਾਣਾ ਨੇ ਸਾਡੇ ਸਰੀਰ ਨੂੰ ਆਸਰਾ ਦਿੱਤਾ ਹੋਇਆ। ਤੇ ਪ੍ਰਾਣਾ ਨੂੰ ਕਿਹਨੇ ਆਸਰਾ ਦਿੱਤਾ ਹੋਇਆ ਹੈ? ਸਿੱਧ ਇਹ ਪੁੱਛ ਰਹੇ ਆ ਵੀ ਪ੍ਰਾਣ ਮਾਰੇ ਕਿਹਦੇ ਆਸਰੇ ਤੇ? ਇਹ ਜਿਹੜੇ 10 ਉਂਗਲਾਂ ਪ੍ਰਾਣ ਜਾਂਦਾ ਏ, ਫਿਰ ਵਾਪਸ ਆਉਂਦਾ ਏ, ਨਾਸਕਾਂ ਤੋਂ ਬਾਹਰ ਨਿਕਲਦੇ ਫੇਰ ਅੰਦਰ ਆਉਂਦੇ ਆ। 3-7 ਅੰਗੁਲ ਵਾਈ ਕਹੀਏ ਤਿਸ ਕਹੋ ਕਮਣੇ ਆਧਾਰੂ। ਮਹਾਰਾਜ ਦੱਸੋ ਕੀ ਆਸਰਾ ਇਹਦਾ? ਸਤਿਗੁਰੂ ਕਹਿੰਦੇ ਸੁਨ ਸੱਚ ਆਹਾਰੂ। ਜੋ ਸੁਨ ਅਫੋਰ ਸਰੂਪ ਹੈ, ਸੱਚ ਹੈ ਪਰਮੇਸ਼ਰ ਆਦ ਸੱਚ ਜੁਗਾਦ ਸੱਚ ਹੈ, ਪੀ ਸੱਚ ਨਾਨਕ ਹੋਸੀ ਪੀ ਸੱਚ। ਉਹਦਾ ਹੀ ਇਹ ਭੋਜਨ ਸਵਾਸਾਂ ਨੂੰ ਮਿਲ ਰਿਹਾ। ਉਸੇ ਪਰਮੇਸ਼ਰ ਦਾ ਹੀ ਆਸਰਾ ਹੈ, ਉਹਦੇ ਆਸਰੇ ਦੇ ਨਾਲ ਹੀ ਇਹ ਸਵਾਸ ਚੱਲ ਰਹੇ। ਸਿੱਧੋ ਪ੍ਰਭੂ ਨੇ, ਸੱਚ ਨੇ ਪ੍ਰਾਣਾਂ ਨੂੰ ਆਸਰਾ ਦਿੱਤਾ ਹੋਇਆ। 5ਵੇਂ ਪਾਤਸ਼ਾਹ ਦਾ ਬਚਨ ਵੀ ਆਉਂਦਾ। ਮਹਾਰਾਜ ਕਹਿੰਦੇ ਪ੍ਰਭ ਜੀ ਤੂੰ ਮੇਰਾ ਪ੍ਰਾਣ ਆਧਾਰ ਹੈ, ਪ੍ਰਭ ਜੀ ਤੂੰ ਮੇਰਾ ਪ੍ਰਾਣ ਆਧਾਰ ਹੈ, ਪ੍ਰਭ ਜੀ ਤੂੰ ਮੇਰੇ 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 ਪ੍ਰਾਣ ਆਧਾਰ ਹੈ। ਨਮਸਕਾਰ ਡੰਡੌਤ ਬੰਦਨਾ, ਨਮਸਕਾਰ ਡੰਡੌਤ ਬੰਦਨਾ, ਨਮਸਕਾਰ ਡੰਡੌਤ ਬੰਦਨਾ, ਨਮਸਕਾਰ ਡੰਡੌਤ ਬੰਦਨਾ। ਅਨੇਕ ਬਾਰ ਜਾਓ ਬਾਰੈ, ਅਨੇਕ ਬਾਰ ਜਾਓ ਬਾਰੈ, ਅਨੇਕ ਬਾਰ ਜਾਓ ਬਾਰੈ, ਅਨੇਕ ਬਾਰ ਜਾਓ ਬਾਰੈ। ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰ ਹੈ, ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰ ਹੈ, ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰ ਹੈ, ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰ ਹੈ। ਮਾਰੇ ਕਹਿੰਦੇ ਪ੍ਰਭੂ ਜੀ ਤੂੰ ਮੇਰੇ ਪ੍ਰਾਣਾਂ ਦਾ ਆਧਾਰ ਹੈ। हे ਪ੍ਰਭੂ ਜੀ ਤੁਸੀਂ ਮੇਰੇ ਪ੍ਰਾਣਾਂ ਨੂੰ ਆਸਰਾ ਦਿੱਤਾ ਹੋਇਆ। ਪ੍ਰਾਣਾਂ ਨੂੰ ਆਸਰਾ ਪਰਮੇਸ਼ਰ ਦਾ, ਪ੍ਰਾਣਾਂ ਨੂੰ ਆਸਰਾ, ਸਵਾਸਾਂ ਨੂੰ ਆਸਰਾ ਵਾਹਿਗੁਰੂ ਜੀ ਦਾ। ਤੇ ਸਵਾਸਾਂ ਨੇ ਆਸਰਾ ਦਿੱਤਾ ਹੋਇਆ ਹੈ ਦੇਹ ਨੂੰ, ਸਰੀਰ ਨੂੰ। ਜੇ ਸਵਾਸ ਨਾ ਹੋਣ ਦੇਹ ਦੇ ਵਿੱਚ, ਦੇਹ ਨਹੀਂ ਚੱਲ ਸਕਦੀ, ਇੱਕ ਪੈਰ ਵੀ ਨਹੀਂ ਪੁੱਟਿਆ ਜਾਣਾ। ਪ੍ਰਾਣਾਂ ਨੇ ਸਰੀਰ ਨੂੰ ਆਸਰਾ ਦਿੱਤਾ ਹੋਇਆ ਹੈ ਤੇ ਪ੍ਰਾਣਾਂ ਨੂੰ ਪਰਮੇਸ਼ਰ ਨੇ ਆਸਰਾ ਦਿੱਤਾ ਹੋਇਆ ਹੈ। ਪਰਮੇਸ਼ਰ ਵਾਹਿਗੁਰੂ ਜੀ ਦੇ, ਪ੍ਰਭੂ ਜੀ ਦੇ ਆਸਰੇ ਨਾਲ ਪ੍ਰਾਣ ਚੱਲਦੇ। ਉਹ ਪ੍ਰਾਣਾਂ ਦਾ ਵੀ ਦਾਤਾ, ਸਵਾਸਾਂ ਦਾ ਵੀ ਦਾਤਾ। ਜਿੱਥੇ ਹੋਰ ਦਾਤਾਂ ਉਹਨੇ ਦਿੱਤੀਆਂ, ਉੱਥੇ ਸਵਾਸ ਵੀ ਉਹਨੇ ਦਿੱਤੇ। ਤਾਂ ਮਹਾਰਾਜ ਕਹਿੰਦੇ ਭਾਈ ਇਹ ਪਰਮੇਸ਼ਰ ਵਾਹਿਗੁਰੂ ਜੀ ਦੇ ਆਸਰੇ ਦੇ ਨਾਲ ਇਹ 10 ਉਂਗਲਾਂ ਜਿਹੜੀ ਪਾਉਣ ਹੈ, ਨਾਸਕਾਂ ਤੋਂ ਬਾਹਰ ਜਾਂਦੀ ਹੈ ਤੇ ਫਿਰ ਵਾਪਸ ਆਉਂਦੀ ਹੈ। ਗੁਰਮੁਖ ਬੋਲੇ ਤਤ ਬਿਰੋਲੇ, ਕੀਨੇ ਅਲਖ ਅਪਾਰੋ। ਦੂਸਰਾ 58 ਨੰਬਰ ਦੀ ਪੌੜੀ 'ਚ ਇਹ ਸਵਾਲ ਆਇਆ ਸੀ ਸਿੱਧਾਂ ਦਾ, ਬੋਲੇ ਖੇਲੇ ਅਸਥਿਰ ਹੋਵੇ।
ਕਿਉ ਕਰ ਅਲਖ ਲਿਖਾਏ। ਉਹਦਾ ਉੱਤਰ ਇੱਥੇ ਦਿੰਦੇ ਮਹਾਰਾਜ। ਉੱਥੇ ਆਖਿਆ ਸੀ ਕਿ ਮਹਾਰਾਜ ਕੀ ਬੋਲ ਗਏ ਕਿ ਕਿਸ ਤਰੀਕੇ ਦੇ ਨਾਲ ਅਸਰ ਹੋਇਆ ਜਾਵੇ, ਟਿਕਾ ਦੇ ਸਹਿਤ ਹੋਵੇ, ਤੇ ਕਿਵੇਂ ਕਰਕੇ ਅਲਖ ਨੂੰ ਜਾਣਿਆ ਜਾਵੇ ਜੋ ਅਲਖ ਹੈ। ਮਹਾਰਾਜ ਕਹਿੰਦੇ ਗੁਰਮੁਖ ਬੋਲੇ, ਗੁਰਮੁਖ ਬਣੇ, ਪਹਿਲਾਂ ਗੁਰੂ ਦੀ ਸ਼ਰਣੀ ਪਵੇ, ਗੁਰੂ ਵਾਲਾ ਬਣੇ, ਗੁਰੂ ਮੁਖ ਦਾ ਉਪਦੇਸ਼ ਲੈ ਕਰਕੇ ਤੇ ਫਿਰ ਜੋ ਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ ਉਹਨੂੰ ਬੋਲੇ, ਉਹਦਾ ਉਚਾਰਨ ਕਰੇ, ਗੁਰੂ ਕੇ ਮੰਤਰ ਦਾ ਉਚਾਰਨ ਕਰੇ, ਗੁਰਮੁਖ ਬਣ ਕੇ ਨਾਮ ਨੂੰ ਬੋਲੇ, ਤਤ ਬਿਰੋਲੇ। ਫਿਰ ਤਤ ਜੋ ਅਸਲੀਅਤ ਹੈ ਨਾ, ਪਰਮੇਸ਼ਰ ਸਿਧਾਂਤ ਰੂਪ, ਉਹਨੂੰ ਬਿਰੋਲੇ, ਉਹਨੂੰ ਫਿਰ ਪ੍ਰਾਪਤ ਕਰੇ, ਉਸ ਨੂੰ ਸਿਧਾਂਤ ਸਰੂਪ ਅਸਲੀਅਤ ਨੂੰ ਫਿਰ ਪ੍ਰਾਪਤ ਕਰਦਾ ਹੈ। ਬਰੋਲਣਾ ਹੁੰਦਾ ਹੈ ਵੀ ਜਿਵੇਂ ਆ ਕਣਕ ਜਿਸ ਵੇਲੇ ਵੱਢੀ ਜਾਂਦੀ ਹੈ, ਹੁਣ ਤਾਂ ਮਸ਼ੀਨਾਂ ਹੀ ਉਹਨੂੰ ਵੱਖਰਾ ਵੱਖਰਾ ਕਰ ਦਿੰਦੀਆਂ, ਪਿਛਲੇ ਸਮੇਂ ਦੇ ਵਿੱਚ ਫਲਿਆਂ ਨਾਲ ਲਗਾਉਂਦੇ ਸੀ, ਫਿਰ ਉਹਨੂੰ ਵਿਰੋਲਦੇ ਸੀ, ਜਾਂ ਸਿੱਧਾ ਕਹਿ ਦਈਏ ਵੀ ਰੋਲਣਾ, ਜਿਵੇਂ ਉਹ ਤੂੜੀ ਪਾਸੇ ਕੱਖ ਕਣ ਪਾਸੇ ਕਰਕੇ ਇਹਦੇ ਵਿੱਚੋਂ ਦਾਣੇ ਪ੍ਰਾਪਤ ਕਰ ਲੈਣੇ ਰੋਲ ਕੇ, ਜਾਂ ਜਿਵੇਂ ਪੀਣ ਕੀਤਾ ਜਾਂਦਾ ਦਾਣਿਆਂ ਦਾ ਪੀਣ ਕੀਤਾ ਜਾਂਦਾ, ਉਹ ਵੀ ਵਿਰੋਲਣਾ ਹੀ ਆ। ਉਹਦੇ ਵਿੱਚ ਉਹ ਜਿਹੜਾ ਕੱਖ ਕਾਣ ਹੁੰਦਾ, ਰੋੜ ਹੁੰਦਾ, ਉਹਨੂੰ ਪਾਸੇ ਕਰ ਦੇਣਾ ਤੇ ਜਿਹੜੇ ਦਾਣੇ ਦਾਣੇ ਆ ਉਹ ਪ੍ਰਾਪਤ ਕਰ ਲੈਣੇ। ਜਾਂ ਇਸੇ ਤਰ੍ਹਾਂ ਜਿਵੇਂ ਛਾਨਣੇ ਨਾਲ ਜਾਂ ਛਾਨਣੀ ਨਾਲ ਕੋਈ ਛਾਣਿਆ ਜਾਂਦਾ ਤੇ ਅਸਲੀਅਤ ਜਿਹੜੀ ਤੱਤ ਹੈ ਉਹਨੂੰ ਪ੍ਰਾਪਤ ਕਰ ਲਿਆ ਜਾਂਦਾ, ਬਾਕੀ ਜਿਹੜਾ ਫੋਕ ਉਹਨੂੰ ਤਿਆਗ ਦਿੱਤਾ ਜਾਂਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਗੁਰਮੁਖ ਬਣ ਕੇ ਨਾਮ ਨੂੰ ਬੋਲੇ ਤੇ ਫਿਰ ਤਤ ਬਿਰੋਲੇ। ਫਿਰ ਜੋ ਤਤ ਹੈ ਨਾ, ਅਸਲੀਅਤ ਹੈ, ਸਿਧਾਂਤ ਹੈ, ਨਿਚੋੜ ਹੈ, ਉਸ ਨੂੰ ਬਿਰੋਲ ਲਵੇ, ਉਸ ਨੂੰ ਪ੍ਰਾਪਤ ਕਰ ਲਵੇ। ਉਹ ਕੀ ਹੈ? ਫਿਰ ਆਤਮ ਸਰੂਪ ਨੂੰ ਪ੍ਰਾਪਤ ਕਰ ਲਵੇ। ਤੇ ਬਾਕੀ ਜਿਹੜਾ ਮਿਥਿਆ ਹੈ ਸੰਸਾਰ, ਇਸ ਨੂੰ ਰੋਲ ਕੇ ਪਾਸੇ ਕਰ ਦੇਵੇ ਵਿਚਾਰ ਦੇ ਨਾਲ ਕਿ ਆ ਜਿਹੜੀ ਚੀਜ਼ ਨਾਸਵਾਨ ਹੈ, ਮਿਥਿਆ ਹੈ। ਮਿਥਿਆ ਤਨ, ਧਨ, ਕੁਟੰਬ, ਸਬਾਇਆ, ਮਿਥਿਆ ਹਉਮੈ, ਮਮਤਾ, ਮਾਇਆ, ਮਿਥਿਆ ਰਾਜ, ਜੋਬਨ, ਧਨ ਮਾਲ, ਮਿਥਿਆ ਕਾਮ, ਕ੍ਰੋਧ, ਵਿਕਰਾਲ, ਮਿਥਿਆ ਰਥ, ਹਸਤੀ, ਅਸਵ, ਬਸਤਰਾ, ਮਿਥਿਆ ਰੰਗ, ਸੰਗ, ਮਾਇਆ, ਪੇਕ, ਹਸਤਾ, ਮਿਥਿਆ ਧਰੋਹ, ਮੋਹ, ਅਭਿਮਾਨ, ਮਿਥਿਆ ਆਪਸੀ ਉਪਰ ਕਰਤ ਗੁਮਾਨ। ਇਹ ਸਾਰਾ ਵਿਰੋਲ ਕੇ ਕਾਕਾਂ ਇੱਕ ਪਾਸੇ ਕਰੇ। ਫਿਰ ਅਸਥਿਰ ਭਗਤ ਸਾਧ ਕੀ ਸਰਨ, ਇਹ ਜੋ ਸਿਧਾਂਤ ਸਰੂਪ ਹੈ ਇਹਨੂੰ ਵਿਰੋਲੇ, ਇਹਨੂੰ ਪ੍ਰਾਪਤ ਕਰ ਲਵੇ ਤਤ ਨੂੰ। ਨਾਨਕ ਜਪ ਜਪ ਜੀਵੈ ਹਰਿ ਕੇ ਚਰਨ। ਹਰੀ ਦੇ ਚਰਨ ਜਿਹੜਾ ਉਹ ਦਾਣਿਆਂ ਦੀ ਨਿਆਈ, ਉਹ ਤਤ ਦੀ ਨਿਆਈ। ਜਿਵੇਂ ਦਹੀਂ ਦੇ ਵਿੱਚੋਂ ਵਿਰੋਲੇ ਨਾਮ ਰਿੜਕਣ ਦਾ ਵੀ ਹੈ, ਵਿਰੋਲੇ ਰਿੜਕੇ ਮੰਥਨ ਕਰੇ, ਰਿੜਕਣਾ ਕਰੇ। ਜਿਵੇਂ ਮਧਾਣੀ ਦੇ ਨਾਲ ਦਹੀਂ ਨੂੰ ਰਿੜਕਿਆ ਜਾਂਦਾ ਹੈ ਤੇ ਉਹਦੇ ਵਿੱਚੋਂ ਤੱਤ ਜਿਹੜਾ ਹੈ ਨਾ ਉਹ ਮੱਖਣ ਹੈ, ਤੱਤ ਬਿਰੋਲਾ ਹੈ, ਉਹ ਮੱਖਣ ਪ੍ਰਾਪਤ ਕਰ ਲਿਆ ਜਾਂਦਾ ਹੈ ਤੇ ਲੱਸੀ ਜਿਹੜੀ ਉਹ ਛੱਡ ਦਿੱਤੀ ਜਾਂਦੀ ਹੈ। ਇਹ ਗੁਰਮੁਖਾਂ ਨੇ ਫਿਰ ਨਾਮ ਨੂੰ ਬੋਲ ਕਰਕੇ, ਨਾਮ ਦਾ ਉਚਾਰਨ ਕਰਕੇ ਤੱਤ ਨੂੰ ਬਿਰੋਲਿਆ, ਅਸਲੀਅਤ ਨੂੰ, ਤੱਤ ਨੂੰ ਪ੍ਰਾਪਤ ਕੀਤਾ ਹੈ ਜੋ ਅਸਲ ਹੈ। ਜੋ ਛੱਡਣ ਵਾਲੀ ਚੀਜ਼ ਉਹ ਛੱਡ ਦਿੱਤੀ ਹੈ, ਜੋ ਗ੍ਰਹਿਣ ਕਰਨ ਵਾਲਾ ਸੀ ਉਹ ਤਤ ਸਰੂਪ ਉਸ ਨੂੰ ਗ੍ਰਹਿਣ ਕਰ ਲਿਆ। ਜਿਵੇਂ ਭਗਤ ਕਬੀਰ ਸਾਹਿਬ ਜੀ ਦਾ ਵੀ ਬਚਨ ਹੈ ਨਾ, ਉਹ ਕਹਿੰਦੇ ਸੰਤਹੁ ਮਾਖਣ ਖਾਇਆ ਛਾਛ ਪੀਐ ਸੰਸਾਰ। ਸੰਤ ਜਨਾਂ ਨੇ ਤਤ ਪ੍ਰਾਪਤ ਕਰ ਲਿਆ, ਮੱਖਣ ਛਕ ਲਿਆ, ਛਾਛ ਲੱਸੀ ਉਹਨੂੰ ਪੀਂਦਾ ਸੰਸਾਰ। ਮਹਾਰਾਜ ਕਹਿੰਦੇ ਸਿੱਧੋ ਗੁਰਮੁਖ ਬਣੇ, ਗੁਰਮੁਖ ਬਣ ਕੇ ਨਾਮ ਨੂੰ ਬੋਲੇ ਤੇ ਫਿਰ ਜੋ ਤਤ ਸਰੂਪ ਪਰਮੇਸ਼ਰ ਹੈ ਉਸ ਦੀ ਪ੍ਰਾਪਤੀ ਕਰੇ। ਚੀਨੇ ਅਲਖ ਅਪਾਰ। ਫਿਰ ਚੀਨੇ ਨਾਮ ਹੈ ਜਾਣਨ ਦਾ, ਸਮਝਣ ਦਾ। ਫਿਰ ਚੀਨ ਲੈਂਦਾ, ਜਾਣ ਲੈਂਦਾ ਹੈ ਜੋ ਅਲਖ ਹੈ, ਜੋ ਅਪਾਰ ਹੈ ਪਰਮੇਸ਼ਰ, ਜੋ ਲਖਿਆ ਨਹੀਂ ਜਾਂਦਾ। ਅਸੁੱਧ ਮੰਨ ਕੇ, ਜੋ ਅਸੁੱਧ ਮੰਨ ਕਰਕੇ ਜੋ ਲਖਿਆ ਨਹੀਂ ਜਾਂਦਾ, ਇਹ ਜਾਣਿਆ ਨਹੀਂ ਜਾਂਦਾ, ਜਿਸ ਦਾ ਪਾਰਾਵਾਰ ਨਹੀਂ ਪਾਇਆ ਜਾਂਦਾ, ਐਸਾ ਜੋ ਪਰਮੇਸ਼ਰ ਹੈ ਨਾ, ਗੁਰੂ ਕੀ ਸ਼ਰਨ ਵਿੱਚ ਪੈ ਕਰਕੇ ਜਦੋਂ ਨਾਮ ਦਾ ਜਪ ਕਰਦਾ, ਨਾਮ ਦਾ ਅਭਿਆਸ ਕਰਦਾ ਹੈ ਨਾ ਗੁਰਮੁਖ ਬਣ ਕੇ, ਫਿਰ ਉਸ ਅਲਖ ਨੂੰ ਵੀ ਇਹ ਲਖ ਲੈਂਦਾ, ਕਿਉਂਕਿ ਉਹ ਪਰਮੇਸ਼ਰ ਅਲਖ ਹੈ,
ਆਪਣੇ ਆਪ ਨਹੀਂ ਉਹ ਲਿਖਿਆ ਜਾਂਦਾ, ਆਪਣੇ ਆਪ ਨਹੀਂ ਸਮਝਿਆ ਜਾਂਦਾ। ਵੀ ਕੋਈ ਬੰਦਾ ਆਖੇ ਵੀ ਮੈਂ ਆਪਣੇ ਯਤਨ ਦੇ ਨਾਲ, ਆਪਣੀ ਸਿਆਣਪ ਨਾਲ, ਆਪਣੇ ਜ਼ੋਰ ਨਾਲ, ਆਪਣੇ ਹੱਠ ਦੇ ਨਾਲ, ਆਪਣੀ ਮਿਹਨਤ ਦੇ ਨਾਲ ਉਹਨੂੰ ਜਾਣ ਲਵਾਂਗਾ। ਮਹਾਰਾਜ ਕਹਿੰਦੇ ਨਾ, ਅਲੱਖ ਆਓ। ਜਾਣਿਆ ਜਾ ਸਕਦਾ, ਪਰ ਗੁਰੂ ਸਾਹਿਬ ਦੀ ਸ਼ਰਨ ਵਿੱਚ ਪੈ ਕੇ ਜਾਣਿਆ ਜਾ ਸਕਦਾ। ਜਿਸ ਨੂੰ ਤੂੰ ਜਾਣ ਆਏ ਹੈ ਸੋਈ ਜਨ ਜਾਣੇ। ਗੁਰੂ ਸਾਹਿਬ ਜਣਾਉਂਦੇ ਆ, ਗੁਰੂ ਸਾਹਿਬ ਤੋਂ ਬਿਨਾਂ ਨਹੀਂ ਉਹ ਜਾਣਿਆ ਜਾਂਦਾ। ਗੁਰੂ ਸਾਹਿਬ ਤੋਂ ਬਿਨਾਂ ਉਹ ਅਲੱਖ ਵਾ। ਪਰ ਜਦੋਂ ਗੁਰੂ ਕੀ ਸ਼ਰਨ ਵਿੱਚ ਪੈ ਕਰਕੇ ਨਾਮ ਨੂੰ ਬੋਲਦਾ, ਗੁਰੂ ਸਾਹਿਬ ਜੀ ਦੱਸੀ ਹੋਈ ਸਿੱਖਿਆ ਤੇ ਚੱਲਦਾ, ਫਿਰ ਸਤਿਗੁਰੂ ਜੀ ਉਹ ਅਲੱਖ ਪਰਮੇਸ਼ਰ ਲਿਖਾ ਦਿੰਦੇ ਜੀਵ। ਫਿਰ ਉਹ ਅਪਾਰ ਪਰਮੇਸ਼ਰ ਨੂੰ ਜਣਾ ਦਿੰਦੇ ਆ ਜੀਵ ਦੇ ਤਾਈਂ ਵੀ ਹੈ ਉਹ ਅਲੱਖ, ਹੈ ਉਹ ਅਪਾਰ। ਪਰ ਇਸ ਤਰੀਕੇ ਨਾਲ ਤੂੰ ਇਹ ਨਾਮ ਦਾ ਅਭਿਆਸ ਕਰਕੇ, ਜਪ ਕਰਕੇ ਉਸ ਪਰਮੇਸ਼ਰ ਦਾ ਦਰਸ਼ਨ ਪ੍ਰਾਪਤ ਕਰ ਸਕਦਾ, ਉਹਨੂੰ ਜਾਣ ਸਕਦਾ। ਤੇ ਜਾਣ ਕੇ ਸਮਝ ਕੇ ਵੀ ਫਿਰ ਇਹੀ ਸਮਝ ਪੈਂਦੀ ਹੈ ਵੀ ਉਹ ਅਲੱਖ ਹੀ ਹੈ, ਉਹ ਅਪਾਰ ਹੀ ਹੈ, ਉਹ ਬੇਅੰਤ ਹੀ ਬੇਅੰਤ ਹੈ। ਜਿਨ੍ਹਾਂ ਨੇ ਜਾਣਿਆ ਨਾ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਪੈ ਕੇ, ਉਹਨਾਂ ਜਾਣ ਕੇ ਵੀ ਇਹੀ ਜਾਣਿਆ, ਉਹਨਾਂ ਸਮਝ ਕੇ ਵੀ ਇਹੀ ਸਮਝਿਆ ਵੀ ਉਹ ਸਾਰਾ ਨਹੀਂ ਸਮਝਿਆ ਜਾ ਸਕਦਾ। ਉਹਨਾਂ ਜਾਣ ਕੇ ਵੀ ਇਹੀ ਜਾਣਿਆ ਵੀ ਉਹ ਸਾਰਾ ਜਾਣਿਆ ਹੀ ਨਹੀਂ ਜਾ ਸਕਦਾ, ਏਡਾ ਵੱਡਾ। ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਜਾਣਿਆ, ਭਗਤ ਕਬੀਰ ਸਾਹਿਬ ਜੀ ਨੇ ਲਿਖਿਆ, ਬੁੱਝਿਆ, ਸਮਝਿਆ, ਤੇ ਉਹਨਾਂ ਨੇ ਫਿਰ ਕਹਿ ਦਿੱਤਾ, ਕਬੀਰ ਸਾਤ ਸਮੁੰਦਰ ਮਸ ਕਰੋ, ਕਲਮ ਕਰੋ ਬਨਰਾਏ, ਬਸੁਦਾ ਜਾ ਕਾਗਦ ਜੋ ਕਰੋ, ਹਰ ਜਸ ਲਿਖਣ ਨਾ ਜਾਏ। ਸੱਤਾਂ ਸਮੁੰਦਰਾਂ ਦੀ ਭਾਵੇਂ ਸ਼ਾਹੀ ਬਣਾ ਲਈਏ, ਸਾਰੀ ਬਨਸਪਤੀ ਦੀਆਂ ਕਲਮਾਂ ਘੜ ਲਈਏ, ਬਸੁਦਾ ਕਾਗਦ ਸਾਰੀ ਧਰਤੀ ਜਿੰਨੀ ਹੈ ਇਹਦਾ ਕਾਗਜ਼ ਬਣਾ ਲਈਏ, ਸਾਰੀਆਂ ਬਨਸਪਤੀ ਦੀਆਂ ਕਲਮਾਂ ਦੇ ਨਾਲ, ਸੱਤਾਂ ਸਮੁੰਦਰਾਂ ਦੀ ਸ਼ਾਹੀ ਨਾਲ ਸਾਰੀ ਧਰਤੀ ਤੇ ਵਾਹਿਗੁਰੂ ਦਾ ਜਸ ਲਿਖਣ ਲੱਗ ਪਈਏ, ਸ਼ਾਹੀ ਸਾਰੀ ਮੁੱਕ ਜਾਣੀ, ਸੱਤਾਂ ਸਮੁੰਦਰਾਂ ਦੀ ਕਲਮਾਂ ਸਾਰੀਆਂ ਘਸ ਜਾਣੀਆਂ, ਖਤਮ ਹੋ ਜਾਣੀਆਂ, ਕਾਗਜ਼ ਮੁੱਕ ਜਾਣਾ ਵਾ ਸਾਰੀ ਧਰਤੀ ਦਾ। ਪਰ ਪਰਮੇਸ਼ਰ ਦਾ ਜਸ ਨਹੀਂ ਮੁੱਕਣਾ, ਹਰ ਜਸ ਲਿਖਣ ਨਾ ਜਾਏ। ਹਰੀ ਦਾ ਜਸ ਸਾਰਾ ਲਿਖਿਆ ਹੀ ਨਹੀਂ ਜਾ ਸਕਦਾ, ਉਹ ਏਡਾ ਵੱਡਾ। ਜਿਨ੍ਹਾਂ ਨੇ ਜਾਣਿਆ, ਜਾਣ ਕੇ ਹੀ ਜਾਣਿਆ ਵੀ ਉਹ ਬੇਅੰਤ ਹੀ ਬੇਅੰਤ ਹੈ, ਸਮਝ ਕੇ ਹੀ ਸਮਝਿਆ ਵੀ ਉਹ ਸਮਝ ਤੋਂ ਪਰੇ ਹੀ ਹੈ। ਉਹਦੇ ਅੱਗੇ ਕੋਈ ਜ਼ੋਰ ਨਹੀਂ, ਕੋਈ ਚਾਰਾ ਨਹੀਂ ਚੱਲ ਸਕਦਾ, ਉਹਦੇ ਅੱਗੇ ਤੇ ਬਸ ਤਰਲਾ ਹੀ ਆ, ਮਿੰਨਤ ਹੀ ਆ, ਹਰ ਵੇਲੇ ਝੁਕੇ ਰਹਿਣਾ ਹੀ ਆ। ਜਿਸ ਠਾਕੁਰ ਸਿਓ ਨਾਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰਾ। ਉਹਦੇ ਤੋਂ ਬਲਿਹਾਰ ਹੀ ਬਲਿਹਾਰ ਜਾਇਆ ਜਾ ਸਕਦਾ, ਸਦਕੇ ਹੀ ਜਾਇਆ ਜਾ ਸਕਦਾ। ਅੰਤ ਪਾਰਾਵਾਰ ਨਹੀਂ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ। ਉਹਦਾ ਆਪਣਾ ਅੰਤ ਤੇ ਕੀ, ਉਹਦੀ ਕੀਤੀ ਕਿਰਤ ਦਾ ਅੰਤ ਨਹੀਂ ਆਉਂਦਾ, ਉਹਦੀ ਰਚੀ ਰਚਨਾ ਦਾ ਅੰਤ ਨਹੀਂ ਆਉਂਦਾ, ਉਹਦੇ ਰਚੇ ਹੋਏ ਅਖੰਡਾਂ ਬ੍ਰਹਿਮੰਡਾਂ ਦੇ ਧਰਤੀ ਪਤਾਲਾਂ ਆਕਾਸ਼ਾਂ ਦੇ ਆਕਾਰਾਂ ਦਾ ਅੰਤ ਨਹੀਂ ਆਉਂਦਾ, 84 ਲੱਖ ਜੂਨਾਂ ਦਾ ਅੰਤ ਨਹੀਂ ਆਉਂਦਾ। ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੀਤੇ ਬਿਲ ਲਾਹੇ, ਤਾਕੇ ਅੰਤ ਨਾ ਪਾਏ ਜਾਹੇ। ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਹੀ ਉੱਚਾ ਨਾਓ। ਏਵੜੀ ਉੱਚਾ ਹੋਵੇ ਕੋਏ, ਤਿਸ ਉੱਚੇ ਕਉ ਜਾਣੈ ਸੋਏ। ਕੋਈ ਏਡਾ ਵੱਡਾ ਉੱਚਾ ਹੋਵੇ ਤੇ ਉਸ ਉੱਚੇ ਨੂੰ ਜਾਣ ਸਕਦਾ? ਜਿੱਡਾ ਵੱਡਾ ਉੱਚਾ ਉਹ ਆਪ ਹੈ, ਉਹ ਆਪ ਹੀ, ਉਹਦੇ ਤੋਂ ਬਿਨਾਂ ਹੋਰ ਕੋਈ ਨਹੀਂ ਹੈ, ਕਿਉਂਕਿ ਉਹ ਕਰਤਾ ਹੈ, ਬਾਕੀ ਸਾਰੀ ਉਹਦੀ ਕਿਰਤ ਹੈ। ਕਰਤੇ ਕੀ ਮਿਤ ਨਾ ਜਾਣੇ ਕੀਆ, ਕਰਤੇ ਦੀ ਮਰਿਆਦਾ ਨੂੰ ਉਹਦਾ ਪੈਦਾ ਕੀਤਾ ਹੋਇਆ ਨਹੀਂ ਜਾਣ ਸਕਦਾ। ਜਿਵੇਂ ਇੱਕ ਪਿਤਾ ਦੇ ਜਨਮ ਨੂੰ ਇੱਕ ਪੁੱਤਰ ਨਹੀਂ ਜਾਣ ਸਕਦਾ, ਉਦੋਂ ਜਾਣ ਸਕਦਾ ਜਦੋਂ ਪਿਤਾ ਆਪ ਜਣਾਵੇ, ਆਪ ਦੱਸੇ। ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪੁਰੋਈ ਆਪਣੇ ਸੂਤ। ਕਰਤੇ ਕੀ ਮਿਤ ਨਾ ਜਾਣੇ ਕੀਆ, ਏ ਵੱਡੇ ਉੱਚਾ ਹੋਵੇ ਕੋਏ, ਤੇ ਸੂਚੇ ਕਉ ਜਾਣੈ ਸੋਏ। ਜੇ ਵੱਡੇ ਆਪ ਜਾਣੈ ਆਪ, ਆਪ ਨਾਨਕ ਨਦਰੀ ਕਰਮੀ ਦਾਤ। ਇਸ ਕਰਕੇ ਪੰਜਵੇਂ ਪਾਤਸ਼ਾਹ ਮਹਾਰਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਹਨ, ਜਨ ਨਾਨਕ ਬਲ ਬਲ ਸਾਧ ਬਲ ਜਾਈਐ, ਜਨ ਨਾਨਕ ਬਲ ਬਲ ਸਾਧ ਬਲ ਜਾਈਐ, ਜਨ ਨਾਨਕ ਬਲ ਬਲ ਸਾਧ ਬਲ, ਜਨ ਨਾਨਕ ਬਲ ਬਲ ਸਾਧ ਬਲ
ਬਲ ਜਾਈਐ। ਜਨ ਨਾਨਕ ਬਲ ਬਲ ਸਦ ਬਲ ਜਾਈਐ। ਜਨ ਨਾਨਕ ਬਲ ਬਲ ਸਦ ਬਲ ਜਾਈਐ। ਨਾਨਕ ਬਲ ਬਲ ਸਦ ਬਲ ਜਾਈਐ। ਜਨ ਨਾਨਕ ਬਲ ਬਲ ਸਦ ਬਲ ਜਾਈਐ। ਤੇਰਾ ਅੰਤ ਨ ਪਾਰਾ ਵਰਿਆ। 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 ਜਨ ਨਾਨਕ ਬਲ ਬਲ ਸਦ ਬਲ ਜਾਈਐ। ਜਨ ਨਾਨਕ ਬਲ ਬਲ ਸਦ ਬਲ ਜਾਈਐ। ਨਾਨਕ ਬਲ ਬਲ ਸਦ ਬਲ ਜਾਈਐ। ਜਨ ਨਾਨਕ ਬਲ ਬਲ ਸਦ ਬਲ ਜਾਈਐ। ਤੇਰਾ ਅੰਤ ਨਾ ਪਾਰਾ ਵਰਿਆ। ਮਾਰੇ ਕਹਿੰਦੇ ਬਲਿਹਾਰ ਜਾਈਏ, ਸਦਕੇ ਜਾਈਏ। हे ਪ੍ਰਭੂ ਤੇਰਾ ਅੰਤ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਬੇਅੰਤੀ ਬੇਅੰਤ ਹੈ। ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾਂ ਰਾਮ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋ। ਤੂੰ ਠਾਕੁਰ ਊਚ ਭਗਵਾਨਾ। ਮਹਾਰਾਜ ਕਹਿੰਦੇ ਸਿੱਧੋ ਜੋ ਐਸਾ ਪਰਮੇਸ਼ਰ ਹੈ ਨਾ, ਅਲਖ ਅਪਾਰੋ। ਜਦੋਂ ਗੁਰੂ ਕੀ ਸ਼ਰਨ ਵਿੱਚ ਪੈ ਕਰਕੇ ਗੁਰਮੁਖ ਬੋਲੇ ਤਤ ਬਿਰੋਲੇ। ਗੁਰਮੁਖ ਬਣ ਕੇ ਨਾਮ ਨੂੰ ਬੋਲਣਾ ਕਰੇ, ਫਿਰ ਤਤ ਨੂੰ ਸਿਧਾਂਤ ਨੂੰ ਪ੍ਰਾਪਤ ਕਰ ਲੈਂਦਾ ਹੈ। ਫਿਰ ਚੀਨੈ ਅਲਖ ਅਪਾਰੋ। ਅਲਖ ਅਪਾਰ ਪਰਮੇਸ਼ਰ ਨੂੰ ਜਾਣ ਲੈਂਦਾ ਗੁਰੂ ਕੀ ਕਿਰਪਾ ਦੇ ਨਾਲ। ਹੁਕਮ ਨਾ ੜਾ ਕੰਗਲਾ ਬੁਝੈ। ਜਾ ਆਪੇ ਅਲਖ ਲਖਾਏ। ਤ੍ਰੈ ਗੁਣ ਮੇਟੈ ਸਬਦ ਵਸਾਏ। ਤਾ ਮਨ ਚੁਕੈ ਅਹੰਕਾਰੋ। ਗਰੀਬ ਨਵਾਜ ਸਾਹਿਬ ਕਹਿੰਦੇ ਤ੍ਰੈ ਗੁਣ ਮੇਟੈ। ਤਿੰਨਾਂ ਗੁਣਾਂ ਨੂੰ ਮਿਟਣਾ ਕਰੇ। ਸ਼ਬਦ ਵਸਾਏ, ਔਰ ਸ਼ਬਦ ਦਾ ਅਭਿਆਸ ਕਰਕੇ, ਸ਼ਬਦ ਨੂੰ ਜਪ ਕਰਕੇ, ਸ਼ਬਦ ਦੀ ਕਮਾਈ ਦੇ ਨਾਲ ਫਿਰ ਇਹ ਬ੍ਰਹਮ ਦੇ ਵਿੱਚ ਜੀਵ ਦਾ ਮਨ ਜਿਹੜਾ ਉਹ ਵਸ ਜਾਂਦਾ। ਸ਼ਬਦ ਵਸਾਏ। ਸ਼ਬਦ ਦੇ ਵਿੱਚ ਜਿਸ ਵੇਲੇ ਵਾਸਾ ਹੁੰਦਾ ਹੈ, ਫਿਰ ਬ੍ਰਹਮ ਵਿੱਚ ਇਹਦਾ ਵਾਸਾ ਹੁੰਦਾ। ਤ੍ਰੈ ਗੁਣ ਮੇਟੈ, ਤਾਂ ਫਿਰ ਤਿੰਨਾਂ ਗੁਣਾਂ ਨੂੰ ਮੇਟਣਾ ਕਰੇ। ਜੋ ਮਾਇਆ ਦੇ ਤਿੰਨ ਗੁਣ ਹਨ, ਰਜ ਗੁਣ, ਤਮ ਗੁਣ, ਸਤ ਗੁਣ, ਕਹੀਐ ਇਹ ਤੇਰੀ ਸਭ ਮਾਇਆ। ਰਾਜਸੀ ਸੁਭਾਅ, ਤਾਮਸੀ ਸੁਭਾਅ, ਸ਼ਾਂਤ ਕੀ ਸੁਭਾਅ। ਰਾਜਸੀ ਪਦਾਰਥਵਾਦੀ ਸੁਭਾਅ, ਹਰ ਵੇਲੇ ਪਦਾਰਥਾਂ ਦੇ ਮਗਰ ਭੱਜ ਦੌੜ। ਤਾਮਸੀ ਕ੍ਰੋਧੀ ਬਿਰਤੀ, ਜਿਹੜੀ ਹਰ ਵੇਲੇ ਝਗੜਾਲੂ ਬਿਰਤੀ, ਹਰ ਵੇਲੇ ਗੁੱਸਾ, ਕ੍ਰੋਧ, ਲੜਾਈ, ਝਗੜਾ। ਤੇ ਸ਼ਾਂਤ ਕੀ ਸੁਭਾਅ, ਜਿਹੜੀ ਸ਼ਾਂਤੀ ਇਹੋ ਜਿਹੀ ਹੈ ਵੀ ਸਾਹਮਣੇ ਜੋ ਮਰਜ਼ੀ ਹੋਈ ਜਾਵੇ, ਵੀ ਆਪਾਂ ਤੇ ਸ਼ਾਂਤੀ ਧਾਰੀ ਹੋਈ। ਉਹੋ ਜਿਹੀ ਸ਼ਾਂਤੀ ਵੀ ਮਹਾਰਾਜ ਸਾਹਿਬ ਜੀ ਨੇ ਪ੍ਰਵਾਨ ਨਹੀਂ ਕੀਤੀ ਹੈ। ਆਖਿਆ ਇਹੋ ਜਿਹੀ ਸ਼ਾਂਤੀ ਨਹੀਂ ਪ੍ਰਵਾਨ ਹੈ। ਤਾਂ ਕਿਤੇ ਉਹ ਸ਼ਾਂਤੀ ਦਾ ਤਿਆਗ ਵੀ ਕਰਨਾ ਪੈਂਦਾ ਵੀ ਸਾਹਮਣੇ ਬੇਮਰਿਆਦਾ ਸਭ ਹੋਈ ਜਾਵੇ ਤੇ ਕਹੇ ਵੀ ਆਪਾਂ ਤੇ ਬੋਲਣਾ ਹੀ ਨਹੀਂ, ਆਪਾਂ ਤੇ ਸ਼ਾਂਤੀ ਧਾਰਨ ਕੀਤੀ ਹੋਈ ਹੈ। ਇਹ ਤਿੰਨ ਗੁਣ ਜਿਹੜੇ ਹਨ, ਇਹਨਾਂ ਨੂੰ ਜਦੋਂ ਮੇਟਦਾ ਹੈ, ਸ਼ਬਦ ਵਸਾਏ, ਫਿਰ ਸ਼ਬਦ ਦੇ ਵਿੱਚ ਵਾਸਾ ਹੁੰਦਾ ਹੈ। ਜਦੋਂ ਸ਼ਬਦ ਦਾ ਅਭਿਆਸ ਕਰਦਾ, ਫਿਰ ਬ੍ਰਹਮ ਪਰਮੇਸ਼ਰ ਦੇ ਵਿੱਚ ਵਸਦਾ ਹੈ। ਤਾਂ ਮਨ ਚੁਕੈ ਅਹੰਕਾਰੋ, ਤਾਂ ਫਿਰ ਜੀਵ ਦੇ ਮਨ ਦੇ ਵਿੱਚੋਂ ਇਹ ਸਿੱਧੋ ਹੰਕਾਰ ਚੁੱਕਿਆ ਜਾਂਦਾ ਹੈ। ਹੰਕਾਰ ਨਿਵਰਤ ਹੋ ਜਾਂਦਾ ਹੈ। ਅੰਦਰ ਬਾਹਰ ਏਕੋ ਜਾਣੈ। ਫਿਰ ਅੰਦਰ ਤੇ ਬਾਹਰ, ਆਪਣੇ ਅੰਦਰ ਵਸਦਾ ਵੀ ਇੱਕ ਨੂੰ ਜਾਣਦਾ ਹੈ ਤੇ ਬਾਹਰ ਸੰਸਾਰ ਵਿੱਚ ਵੀ ਇੱਕ ਨੂੰ ਵਸਦਾ ਹੀ ਜਾਣਦਾ। ਅੰਤਰ ਬਾਹਰ ਏਕੋ ਜਾਣੈ। ਜੋ ਇੱਕ ਪਰਮੇਸ਼ਰ ਹੈ, ਇੱਕ ਓੰਕਾਰ, ਸਤਿਨਾਮ, ਕਰਤਾ ਪੁਰਖ, ਨਿਰਭਉ ਨਿਰਵੈਰ, ਅਕਾਲ ਮੂਰਤ, ਅਜੂਨੀ ਸੈਭੰ, ਗੁਰ ਪ੍ਰਸਾਦ, ਜਪ
ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਐਸਾ ਜੋ ਇੱਕ ਪਰਮੇਸ਼ਰ ਹੈ, ਸਭ ਸਮਿਆਂ ਵਿੱਚ ਜੋ ਸਦੀਵੀ ਤੂੰ ਸਦਾ ਸਲਾਮਤ ਨਿਰੰਕਾਰ, ਉਸ ਨਿਰੰਕਾਰ ਨੂੰ, ਉਸ ਨਿਰਗੁਣ ਬ੍ਰਹਮ ਨੂੰ, ਸਰਬ ਵਿਆਪਕ ਨੂੰ, ਅੰਦਰ ਵੀ ਤੇ ਬਾਹਰ ਵੀ ਸਭ ਪਾਸੇ ਇੱਕ ਨੂੰ ਹੀ ਵਸਦਾ ਜਾਣਦਾ ਵੀ ਉਹ ਅੰਦਰ ਵੀ ਵਸ ਰਿਹਾ ਹੈ, ਬਾਹਰ ਵੀ ਵਸ ਰਿਹਾ। ਮੇਰੇ ਦੇਹ ਦੇ ਵਿੱਚ ਵੀ ਉਸੇ ਦਾ ਹੀ ਵਾਸਾ ਹੈ, ਸਰੀਰ ਵਿੱਚ ਵੀ ਉਹੀ ਵਸ ਰਿਹਾ ਹੈ ਤੇ ਬਾਹਰ ਵੀ ਉਹੀ ਵਸ ਰਿਹਾ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ। ਸੋ ਅੰਤਰ ਸੋ ਬਾਹਰ ਅਨੰਤ। ਜੋ ਅਨੰਤ ਹੈ ਉਹ ਅੰਦਰ ਵੀ ਹੈ ਤੇ ਬਾਹਰ ਵੀ ਹੈ। ਸੋ ਅੰਤਰ ਸੋ ਬਾਹਰ ਅਨੰਤ। ਘਟ ਘਟ ਵਿਆਪ ਰਹਿਆ ਭਗਵੰਤ, ਧਰਨ ਮਾਹੇ ਆਕਾਸ ਕਯਾਲ, ਸਰਬ ਲੋਕ ਪੂਰਨ ਪ੍ਰਤਿਪਾਲ। ਬਣ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪੌਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਟ ਦਹਿ ਦਿਸੇ ਸਮਾਹੇ। ਤਿਸ ਤੇ ਭਿੰਨ ਨਹੀਂ ਕੋ ਠਾਓ, ਗੁਰ ਪ੍ਰਸਾਦ ਨਾਨਕ ਸੁਖ ਪਾਓ। ਪਰ ਗੁਰ ਪ੍ਰਸਾਦ ਦੇ ਨਾਲ ਉਹ ਸੁਖ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਗੁਰੂ ਕੀ ਕਿਰਪਾ ਹੋਵੇ ਸਿੱਧੋ, ਫਿਰ ਅੰਦਰ ਬਾਹਰ ਇੱਕ ਨੂੰ ਹੀ ਜਾਣਦਾ ਹੈ। ਜਿਵੇਂ ਭਗਤ ਪੀਪਾ ਜੀ ਨੇ ਆਖਿਆ, ਜੋ ਬ੍ਰਹਮੰਡੇ ਸੋਈ ਪਿੰਡੇ, 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 ਜੋ ਬ੍ਰਹਮੰਡੇ ਸੋਈ ਪਿੰਡੇ। ਬ੍ਰਹਮੰਡੇ ਸੋਈ ਪਿੰਡੇ, ਜੋ ਬ੍ਰਹਮੰਡੇ ਸੋਈ ਪਿੰਡੇ। ਕਹਿੰਦੇ ਜੋ ਬ੍ਰਹਿਮੰਡ ਵਿੱਚ ਸਾਰੇ ਚ ਵਸ ਰਿਹਾ ਨਾ, ਉਹੀ ਪਿੰਡ ਵਿੱਚ ਵਸ ਰਿਹਾ। ਪਿੰਡ ਇੱਕ ਤੇ ਆਪਾਂ ਪਿੰਡ ਕਹਿ ਦਿੰਦੇ ਨਾ, ਸ਼ਹਿਰ ਤੇ ਆ ਪਿੰਡ। ਇੱਕ ਉਹ ਪਿੰਡ, ਇੱਕ ਸਾਡੇ ਸਰੀਰ ਨੂੰ ਬਾਣੀ ਚ ਪਿੰਡ ਆਖਿਆ ਵਾਰ-ਵਾਰ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਜੀਓ ਜਿੰਦ ਤੇ ਪਿੰਡ ਸਰੀਰ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਭਾਵੈ। ਵਸਦਾ ਸਾਰੇ ਪਾਸੇ ਆ, ਉਹ ਸ਼ਹਿਰ ਵਿੱਚ ਵੀ ਵਸਦਾ, ਪਿੰਡ ਵਿੱਚ ਵੀ ਵਸਦਾ, ਸਾਰੇ ਬ੍ਰਹਿਮੰਡ ਵਿੱਚ ਵੀ ਵਸਦਾ ਤੇ ਹਰ ਇੱਕ ਦੇ ਸਰੀਰ ਵਿੱਚ ਵੀ ਵਸਦਾ। ਪਰ ਪ੍ਰਾਪਤ ਕੌਣ ਕਰੇਗਾ? ਗੁਰ ਪ੍ਰਸਾਦ, ਜਿਹਦੇ ਤੇ ਗੁਰੂ ਦੀ ਕਿਰਪਾ ਹੁੰਦੀ। ਉਹ ਨਾਲ ਵਸਦੇ ਦੇ ਨਾਲ ਫਿਰ ਮਿਲਦਾ, ਨਹੀਂ ਤੇ ਨਾਲ ਵਸਦਾ ਵੀ ਭੁੱਲਿਆ ਹੋਇਆ। ਸਾਹ ਰਗ ਤੋਂ ਵੀ ਨੇੜੇ, ਹੱਥਾਂ ਪੈਰਾਂ ਤੋਂ ਵੀ ਨੇੜੇ, ਸਵਾਸਾਂ ਤੋਂ ਵੀ ਨੇੜੇ। ਸਵਾਸ ਤੇ ਚੱਲਦੇ ਹੀ ਉਹਦੇ ਕਰਕੇ ਉਹ ਅੰਦਰ ਵਸਦਾ ਤੇ ਤਾਂ ਹੀ ਸਵਾਸ ਚੱਲਦੇ। ਜਬ ਆਪਣੀ ਜੋਤ ਖਿੰਚੈ ਤੂੰ ਸੁਆਮੀ, ਤਬ ਕੋਈ ਕਰੋ ਦਿਖਾ ਵਖਿਆਨਾ। ਕਹਿ ਰਵਿਦਾਸ ਹਾਥ ਪੈ ਨੇਰ, ਸਹਜੇ ਹੋਏ ਸੋ ਹੋਈ। ਪਰ ਜਿਸ ਵੇਲੇ ਗੁਰੂ ਕੀ ਕਿਰਪਾ ਹੁੰਦੀ ਹੈ, ਫਿਰ ਉਹ ਅੰਦਰ ਬਾਹਰ ਵਸਦਾ ਜਾਣਿਆ ਜਾਂਦਾ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਿਖਾਵੈ। ਸਤਿਗੁਰੂ ਲਿਖਾਉਂਦੇ ਆ, ਸਤਿਗੁਰੂ ਜਣਾਉਂਦੇ। ਤਾਂ ਸਿੱਧੋ ਜਿਸ ਵੇਲੇ ਗੁਰੂ ਕੀ ਕਿਰਪਾ ਐਸੀ ਹੁੰਦੀ ਹੈ, ਨਾਮ ਨਾਲ ਜੁੜਦਾ ਹੈ, ਅੰਤਰ ਬਾਹਰ ਇੱਕੋ ਜਾਣੈ। ਫਿਰ ਅੰਦਰ ਤੇ ਬਾਹਰ ਇੱਕ ਪਰਮੇਸ਼ਰ ਵਾਹਿਗੁਰੂ ਨੂੰ ਜਾਣਦਾ ਹੈ, ਸਰਬ ਵਿਆਪਕ। ਹਰਿ ਨਾਮ ਲੱਗੇ ਪਿਆਰੋ। ਤਾਂ ਫਿਰ ਉਹ ਹਰੀ ਪਰਮੇਸ਼ਰ ਜੋ ਨਾਮੀ ਹੈ, ਨਾਮ ਦਾ ਮਾਲਕ, ਉਸ ਦੇ ਨਾਮ ਦੇ ਵਿੱਚ ਪਿਆਰ ਲੱਗ ਜਾਂਦਾ ਹੈ। ਉਸ ਦੇ ਨਾਮ ਦੇ ਨਾਲ ਪਿਆਰ ਲੱਗ ਜਾਂਦਾ ਹੈ, ਜੋ ਸਾਰੇ ਥਾਵਾਂ ਤੇ ਵਸ ਰਿਹਾ, ਜਿਹਦੇ ਤੋਂ ਬਿਨਾ ਕੋਈ ਜਗ੍ਹਾ ਵੀ ਖਾਲੀ ਨਹੀਂ। ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਵਣਾ। ਜੋ ਵਣਾ ਦੇ ਵਿੱਚ ਵੀ ਵਿਆਪਕ ਹੋ ਰਿਹਾ ਹੈ, ਜਲਾਂ ਥਲਾਂ ਵਿੱਚ ਵਿਆਪਕ ਹੋ ਰਿਹਾ। ਜਲਸ ਤੂੰ ਹੀ, ਥਲਸ ਤੂੰ ਹੀ, ਨਦਸ ਤੂੰ ਹੀ, ਨਦਸ ਤੂੰ ਹੀ, ਸਭ ਪਾਸੇ ਤੂੰ ਹੀ ਉਹ ਪਰਮੇਸ਼ਰ ਹੀ ਵਾਹਿਗੁਰੂ ਵਸ ਰਿਹਾ। ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ। ਅਨਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ। ਤਾਂ ਹਰ ਨਾਮ ਲੱਗੈ ਪਿਆਰੋ। ਤਾਂ ਫਿਰ ਉਸ ਹਰੀ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਲੱਗਦਾ ਹੈ। ਸੁਖ ਮਨਾ ਕਿਹੜਾ ਚੰਗੁਲਾ ਪੂਜੈ। ਮਹਾਰਾਜ ਕਹਿੰਦੇ ਫੇਰ ਸਮਝ ਪੈਂਦੀ ਹੈ ਇਹਨੂੰ, ਕਿਉਂਕਿ ਸਿੱਧ ਪ੍ਰਾਣਾਯਾਮ ਦੀ ਕਿਰਿਆ ਕਰਦੇ। ਸਵਾਸਾਂ ਨੂੰ ਚੜਾਉਣਾ, ਸਵਾਸਾਂ ਨੂੰ ਟਿਕਾਉਣਾ, ਸਵਾਸਾਂ ਨੂੰ ਉਤਾਰਨਾ,
ਤਾਂ ਮਹਾਰਾਜ ਕਹਿੰਦੇ ਫਿਰ ਜਦੋਂ ਨਾਮ ਨਾਲ ਪਿਆਰ ਲੱਗ ਜਾਂਦਾ ਹੈ ਨਾ, ਫਿਰ ਸੁਖਮਣਾ ਨੂੰ, ਈੜਾ ਤੇ ਪਿੰਗਲਾ ਨੂੰ ਬੁੱਝ ਲੈਂਦਾ। ਈੜਾ ਜਿਹੜੀ ਹੈ ਖੱਬੀ ਸੁਰ, ਜਿਸ ਨੂੰ ਚੰਦਰਮਾ ਦੀ ਸੁਰ ਆਖਿਆ ਜੋਗੀ ਲੋਕਾਂ ਨੇ। ਇਹ ਨਾਸਕਾਂ ਦੀ ਜਿਹੜੀ ਖੱਬੀ ਨਾੜ ਹੈ, ਇਹਨੂੰ ਈੜਾ ਆਖਿਆ ਔਰ ਇਹਨੂੰ ਠੰਡੀ ਸੁਰ ਮੰਨਿਆ ਔਰ ਇਸ ਨੂੰ ਚੰਦਰਮਾ ਦੀ ਸੁਰ ਆਖਿਆ। ਤੇ ਪਿੰਗਲਾ ਜਿਹੜੀ ਇਹਨੂੰ ਸੱਜੀ ਨਾੜੀ ਹੈ, ਨਾਸਕਾਂ ਦੀ ਸੱਜੇ ਪਾਸੇ ਵਾਲੀ ਨਾੜੀ, ਇਹਨੂੰ ਪਿੰਗਲਾ ਆਖਿਆ। ਇਸ ਨੂੰ ਸੂਰਜ ਦੀ ਸੁਰ ਆਖਿਆ, ਇਹਨੂੰ ਗਰਮ ਸੁਰ ਆਖਿਆ। ਸੂਰਜ ਗਰਮ ਹੁੰਦਾ ਨਾ, ਚੰਦਰਮਾ ਠੰਡਾ ਹੁੰਦਾ। ਇਹ ਈੜਾ ਖੱਬੀ ਸੁਰ ਤੇ ਪਿੰਗਲਾ ਸੱਜੀ ਸੁਰ ਤੇ ਸੁਖਮਣਾ, ਇਹਨਾਂ ਦੋਨਾਂ ਦੇ ਵਿਚਕਾਰ, ਤ੍ਰਿਕੁਟੀ ਦੇ ਵਿਚਕਾਰ ਜਿਹੜੀ ਉਹ ਸੁਖਮਣਾ, ਜਿੱਥੇ ਸਵਾਸਾਂ ਨੂੰ ਠਹਿਰਾਇਆ ਜਾਂਦਾ, ਰੋਕਿਆ ਜਾਂਦਾ। ਇਹ ਜੋਗੀ ਲੋਕ ਜਿਸ ਵੇਲੇ ਯੋਗਾ ਅਭਿਆਸ ਕਰਦੇ, ਪ੍ਰਾਣਾ ਦੀ ਕਿਰਿਆ ਕਰਦੇ, ਪ੍ਰਾਣਾਯਾਮ, ਜਾਮ ਕਹਿੰਦੇ ਰੋਕਣ ਨੂੰ, ਪ੍ਰਾਣਾ ਨੂੰ ਰੋਕਿਆ ਜਾਂਦਾ, ਸਵਾਸਾਂ ਨੂੰ ਚੜਾ ਕੇ ਫਿਰ ਰੋਕਿਆ ਜਾਂਦਾ। ਜਾਮ ਰੋਕਣ ਦਾ ਨਾਮ ਹੀ ਹੈ ਨਾ। ਜਿਵੇਂ ਆ ਸੜਕ ਤੇ ਬਹੁਤੀਆਂ ਗੱਡੀਆਂ ਖਲੋਤੀਆਂ, ਹੁਣ ਕਹਿੰਦੇ ਜਾਮ ਲੱਗਾ ਪਿਆ। ਪ੍ਰਾਣਾਯਾਮ, ਪ੍ਰਾਣਾ ਨੂੰ, ਸਵਾਸਾਂ ਨੂੰ ਰੋਕਣਾ। ਤਾਂ ਮਹਾਰਾਜ ਕਹਿੰਦੇ ਫਿਰ ਇਹ ਨਾਮ ਦੇ ਦੁਆਰਾ ਹੀ ਇਹਦੀ ਸਮਝ ਪੈ ਜਾਂਦੀ ਹੈ, ਈੜਾ ਪਿੰਗਲਾ ਤੇ ਸੁਖਮਣਾ ਦੀ। ਇਹ ਸਵਾਸਾਂ ਦੀ ਜਿਹੜੀ ਕਿਰਿਆ ਹੈ ਉਹ ਆਪਣੇ ਆਪ ਸੁਤੇ ਸਿੱਧ ਹੀ ਜਿਹੜਾ ਨਾਮ ਦੇ ਨਾਲ ਚਿੱਤ ਜੋੜਦਾ ਹੈ ਨਾ, ਉਹਨੂੰ ਫਿਰ ਇਹ ਸਾਰੀ ਕਿਰਿਆ ਪ੍ਰਾਪਤ ਹੋ ਜਾਂਦੀ ਹੈ। ਔਰ ਇਸੇ ਤਰ੍ਹਾਂ ਇਹਨਾਂ ਤਿੰਨਾਂ ਦੇ ਵਿੱਚੋਂ ਫਿਰ ਭਗਤੀ, ਉਪਾਸ਼ਨਾ ਤੇ ਗਿਆਨ, ਇਹ ਅਰਥ ਵੀ ਲਿਆ ਜਾਂਦਾ ਕਿ ਉਸ ਜੀਵ ਨੂੰ ਉਹ ਭਗਤੀ ਦੇ ਵਿੱਚ ਜੁੜਦਾ ਹੈ, ਉਪਾਸ਼ਨਾ ਵਿੱਚ ਜੁੜਦਾ ਹੈ, ਗਿਆਨ ਵਿੱਚ ਜੁੜਦਾ ਹੈ। ਉਹਨੂੰ ਭਗਤੀ ਦੀ, ਉਪਾਸ਼ਨਾ ਦੀ, ਭਗਤੀ ਦੀ ਤੇ ਗਿਆਨ ਦੀ ਸਮਝ ਪੈ ਜਾਂਦੀ ਹੈ। ਉਹ ਤਿੰਨਾਂ ਨੂੰ ਬੁੱਝ ਲੈਂਦਾ। ਉਹ ਗੰਗਾ, ਜਮੁਨਾ ਤੇ ਸਰਸਵਤੀ, ਇਹ ਤਿੰਨਾਂ ਨੂੰ ਸਮਝ ਲੈਂਦਾ ਹੈ ਔਰ ਤਿੰਨਾਂ ਗੁਣਾਂ ਨੂੰ ਉਹ ਸਮਝ ਲੈਂਦਾ ਹੈ। ਇਹ ਉਸ ਨੂੰ ਸਮਝ ਪੈ ਜਾਂਦੀ ਹੈ। ਉਹ ਉਪਾਸ਼ਨਾ, ਭਗਤੀ ਔਰ ਗਿਆਨ ਨੂੰ ਸਮਝ ਲੈਂਦਾ, ਬੁੱਝ ਲੈਂਦਾ ਹੈ। ਆਪੇ ਅਲਖ ਲਖਾਏ, ਪਰ ਇਹ ਸਾਰੀ ਸਮਝ ਗੁਰਮੁਖ ਨੂੰ ਤਾਂ ਪੈਂਦੀ ਹੈ, ਉਹ ਨਾਮ ਨਾਲ ਜੁੜਦਾ ਹੈ। ਤੇ ਜਦੋਂ ਫਿਰ ਆਪ ਹੀ ਪਰਮੇਸ਼ਰ ਅਲੱਖ ਸਰੂਪ ਆਪਣੇ ਆਪ ਨੂੰ ਲਿਖਾ ਦਿੰਦੇ ਆ ਨਾ, ਉਸ ਵੇਲੇ ਗੁਰਮੁਖ ਜਾਣ ਲੈਂਦਾ ਹੈ ਸਿੱਧੋ। ਉਹ ਵਾਹਿਗੁਰੂ ਪਰਮੇਸ਼ਰ ਅਲੱਖ ਸਰੂਪ, ਆਪਣੇ ਅਲੱਖ ਸਰੂਪ ਨੂੰ ਆਪ ਹੀ ਲਿਖਾਉਂਦੇ, ਆਪ ਹੀ ਜਣਾਉਂਦੇ। ਸਿੱਧਾਂ ਨੇ ਆਖਿਆ ਸੀ ਨਾ ਵੀ ਕਿਉ ਕਰ ਅਲੱਖ ਲਿਖਾਏ, ਅਲੱਖ ਸਰੂਪ ਕਿਵੇਂ ਲਿਖਿਆ ਜਾਵੇ, ਕਿਵੇਂ ਜਾਣਿਆ ਜਾਵੇ। ਤਾਂ ਮਹਾਰਾਜ ਕਹਿੰਦੇ ਆ ਵੀ ਜਾਂ ਆਪੇ ਅਲੱਖ ਲਿਖਾਏ, ਜਦੋਂ ਆਪ ਹੀ ਉਹ ਪਰਮੇਸ਼ਰ ਵਾਹਿਗੁਰੂ ਜੀ ਆਪਣਾ ਅਲੱਖ ਸਰੂਪ ਲਿਖਾਉਣ, ਉਸ ਵੇਲੇ ਜੀਵ ਜਾਣ ਸਕਦਾ ਹੈ। ਨਾਨਕ ਦੇਹੁ ਤੇ ਉਪਰ ਸਾਚਾ। ਇਹ ਸਿੱਧੋ, ਇਹ ਜਿਹੜੀਆਂ ਤਿੰਨ, ਈੜਾ, ਪਿੰਗਲਾ ਤੇ ਸੁਖਮਣਾ ਹੈ, ਇਹਨਾਂ ਤਿੰਨਾਂ ਤੋਂ ਉੱਪਰ ਦਸਮ ਦਵਾਰ ਦੇ ਵਿੱਚ ਉਹ ਸੱਚੇ ਦਾ ਵਾਸਾ ਹੈ। ਤੋ ਇਸੇ ਪ੍ਰਕਾਰ ਤਿੰਨ ਗੁਣ ਜਿਹੜੇ ਮਾਇਆ ਦੇ ਹਨ, ਰਜ ਗੁਣ, ਤਮ ਗੁਣ, ਸਤ ਗੁਣ, ਕਹੀਏ ਇਹ ਤੇਰੀ ਸਭ ਮਾਇਆ। ਇਹ ਤਿੰਨ ਗੁਣ ਜਿਹੜੇ ਸੰਸਾਰ ਵਿੱਚ ਵਰਤ ਰਹੇ ਆ, ਇਹ ਤ੍ਰਿਗੁਣੀ ਮਾਇਆ, ਤਿੰਨਾਂ ਗੁਣਾਂ ਵਾਲੀ ਮਾਇਆ। ਇਹ ਤਿੰਨਾਂ ਗੁਣਾਂ ਦੀ ਮਾਇਆ ਤੋਂ ਉੱਪਰ ਹੈ ਉਹ ਸੱਚਾ ਪਰਮੇਸ਼ਰ ਵਾਹਿਗੁਰੂ, ਤਿੰਨਾਂ ਤੋਂ ਉੱਪਰ। ਜਾਗਰਤ, ਸੁਪਨ, ਸੁਖੋਪਤੀ ਤੋਂ ਉੱਪਰ ਹੈ ਉਹ ਸੱਚਾ ਪਰਮੇਸ਼ਰ, ਤਿੰਨਾਂ ਗੁਣਾਂ ਤੋਂ ਉੱਪਰ ਹੈ। ਤੇ ਤਿੰਨਾਂ ਸਮਿਆਂ ਦਾ ਵੀ ਉਹਦੇ ਤੇ ਕੋਈ ਪ੍ਰਭਾਵ ਨਹੀਂ ਹੈ। ਤਿੰਨਾਂ ਸਮਿਆਂ ਦਾ ਆ ਸੰਸਾਰ ਦੇ ਉੱਤੇ ਪ੍ਰਭਾਵ ਹੈ, ਭੂਤ ਕਾਲ, ਵਰਤਮਾਨ ਕਾਲ, ਭਵਿੱਖ ਕਾਲ। ਪਰਮੇਸ਼ਰ ਤੇ ਤਿੰਨਾਂ ਤੋਂ ਵੀ ਉੱਪਰ ਹੈ ਉਹ ਸੱਚਾ। ਨਾ ਉਹਦੇ ਉੱਤੇ ਭੂਤ ਕਾਲ ਦਾ ਕੋਈ ਅਸਰ ਹੋਇਆ, ਨਾ ਵਰਤਮਾਨ ਕਾਲ ਦਾ ਹੀ ਕੋਈ ਅਸਰ ਹੋਣਾ, ਤੇ ਨਾ ਭਵਿੱਖ ਕਾਲ ਦਾ ਹੀ ਉਹਦੇ ਉੱਤੇ ਕੋਈ ਪ੍ਰਭਾਵ ਹੋਣਾ। ਉਹ ਤਾਂ ਤਿੰਨਾਂ ਸਮਿਆਂ ਤੋਂ ਵੀ ਉੱਚਾ। ਇਹ ਸਾਡੇ ਜੀਵਾਂ ਦੇ ਉੱਤੇ ਤਿੰਨਾਂ ਸਮਿਆਂ ਦਾ ਅਸਰ ਹੁੰਦਾ। ਅਸੀਂ ਭੂਤ ਕਾਲ ਵਿੱਚ ਹੋਰ ਤਰ੍ਹਾਂ ਦੇ ਹਾਂ, ਜਦੋਂ ਬਚਪਨ ਹੀ ਸਾਡੇ ਤੇ, ਜਦੋਂ ਜਵਾਨੀ ਦਾ ਸਮਾਂ ਆਇਆ ਉਦੋਂ ਹੋਰ ਤਰ੍ਹਾਂ ਦਾ ਹੋ ਗਿਆ ਸਰੀਰ ਦੀ ਹਾਲਤ, ਤੇ ਭਵਿੱਖ ਵਿੱਚ ਹੋਰ ਤਰ੍ਹਾਂ ਦੀ ਹੋ ਜਾਣੀ ਜਦੋਂ ਬਿਰਧ ਅਵਸਥਾ ਆ ਗਈ। ਤੇ ਜਦੋਂ ਹੋਰ ਅਗਲਾ ਸਮਾਂ ਆਉਣਾ, ਅੰਤਲਾ ਸਮਾਂ ਆਉਣਾ, ਉਦੋਂ ਹੋਰ ਤਰ੍ਹਾਂ ਦੀ ਹਾਲਤ ਹੋ ਜਾਣੀ ਸਾਡੀ, ਫਿਰ ਸਾਡੀ ਸਮਾਪਤੀ ਹੋ ਜਾਂਦੀ ਸਰੀਰ ਦੀ। ਇਹ ਸਾਡਾ ਜਿਹੜਾ ਹੈ, ਇਹ ਸਾਡੇ ਉੱਤੇ ਸੰਸਾਰੀ ਜੀਵਾਂ ਤੇ ਸਮੇਂ ਦਾ ਪ੍ਰਭਾਵ ਹੈ। ਪਰ ਉਹ ਪਰਮੇਸ਼ਰ ਵਾਹਿਗੁਰੂ ਉਹ ਈੜਾ, ਪਿੰਗਲਾ, ਸੁਖਮਨਾ ਤੋਂ ਵੀ ਉੱਤੇ ਹੈ, ਉਹ ਰਜੋ, ਤਮੋ, ਸਤੋ ਤੋਂ ਵੀ ਉੱਤੇ ਹੈ।
ਉਹ ਇਸੇ ਪ੍ਰਕਾਰ ਇਹ ਜਾਗਰਤ ਸੁਪਨ ਸੁਖੋਪਤੀ ਦੇ ਵਿੱਚ ਵਰਤਦਾ ਹੈ। ਇਹਨਾਂ ਤੋਂ ਵੀ ਉੱਤੇ ਹੈ, ਪਰ ਇਹ ਨਿਰਲੇਪ ਹੈ ਤੇ ਤਿੰਨਾਂ ਸਮਿਆਂ ਤੋਂ ਵੀ ਉਹ ਉੱਪਰ ਹੈ। ਇਹ ਨਹੀਂ ਕਿਹਾ ਜਾ ਸਕਦਾ ਵੀ ਪਰਮੇਸ਼ਰ ਪਿੱਛੇ ਹੋਇਆ ਸੀ ਜਾਂ ਹੁਣ ਹੈ ਜਾਂ ਅੱਗੇ ਉਹਦੇ ਬਾਰੇ ਕੋਈ ਐਸਾ। ਉਹ ਤੇ ਸਦਾ ਸਦਾ ਪਿੱਛੇ ਸੀ, ਹੁਣ ਹੈ, ਅੱਗੇ ਹੋਵੇਗਾ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਤੂੰ ਸਦਾ ਸਲਾਮਤ ਨਿਰੰਕਾਰ। ਉਹ ਤਿੰਨਾਂ ਤੋਂ ਉੱਪਰ ਸੱਚਾ ਪਰਮੇਸ਼ਰ ਵਾਹਿਗੁਰੂ ਹੈ। ਸਤਿਗੁਰ ਸ਼ਬਦ ਸਮਾਏ। ਤੇ ਹੇ ਸਿੱਧੋ, ਸਤਿਗੁਰੂ ਜੀ ਦੇ ਸ਼ਬਦ ਦੇ ਨਾਲ ਉਸ ਪਰਮੇਸ਼ਰ ਵਾਹਿਗੁਰੂ ਜੀ ਦੇ ਵਿੱਚ ਸਮਾਇਆ ਜਾਂਦਾ ਹੈ। ਜਦੋਂ ਸਤਿਗੁਰੂ ਜੀ ਦਾ ਸ਼ਬਦ ਉਪਦੇਸ਼ ਪ੍ਰਾਪਤ ਕਰਕੇ ਜੀਵ ਗੁਰੂ ਕੇ ਸ਼ਬਦ ਦੀ, ਸੱਚੇ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਹੈ ਤੇ ਫਿਰ ਉਹ ਸੱਚੇ ਦੇ ਵਿੱਚ ਸਮਾ ਜਾਂਦਾ ਹੈ। ਸਤਿਗੁਰ ਸ਼ਬਦ ਸਮਾਏ, ਸਤਿਗੁਰੂ ਜੀ ਦੇ ਸ਼ਬਦ ਦੁਆਰਾ ਸਮਾਇਆ ਜਾਂਦਾ ਹੈ। ਸਤਿਗੁਰ ਆਖਿਆ ਸੱਚਾ ਗੁਰੂ, ਪੂਰਾ ਗੁਰੂ, ਕਿਉਂਕਿ ਗੁਰੂ ਤਾਂ ਸੰਸਾਰ ਦੇ ਵਿੱਚ ਕਈ ਹਨ। ਹਰ ਇੱਕ ਗੁਰੂ ਦੇ ਉਪਦੇਸ਼ ਨਾਲ ਨਹੀਂ ਉਹਦੇ 'ਚ ਸਮਾਈ ਹੁੰਦੀ ਹੈ। ਗੁਰੂ ਕੱਚੇ ਵੀ ਆ, ਗੁਰੂ ਅਧੂਰੇ ਵੀ ਆ ਸੰਸਾਰ ਦੇ ਵਿੱਚ, ਕਿਉਂਕਿ ਮਹਾਰਾਜ ਨੇ ਆਪ ਆਖਿਆ ਇਹ ਸਿੱਧ ਗੋਸ਼ਟ ਬਾਣੀ ਤੋਂ ਪਹਿਲੀ ਬਾਣੀ ਦੱਖਣੀ ਓੰਕਾਰ ਆਈ, ਉਹਦੇ 'ਚ ਬਚਨ ਆਇਆ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ, ਕਾਚੇ ਗੁਰ ਤੇ ਮੁਕਤ ਨਾ ਹੁਆ। ਮਹਾਰਾਜ ਕਹਿੰਦੇ ਵੀ ਗੁਰੂ ਐ ਨਹੀਂ ਵੀ ਜਿਹਨੂੰ ਮਰਜ਼ੀ ਧਾਰਨ ਕਰ ਲਿਆ, ਜਿਹਨੂੰ ਮਰਜ਼ੀ ਆਪਦਾ ਗੁਰੂ ਬਣਾ ਲਿਆ। ਕੱਚੇ ਗੁਰੂ ਤੋਂ ਮੁਕਤੀ ਨਹੀਂ ਮਿਲਣੀ, ਕੱਚੇ ਗੁਰੂ ਦੇ ਉਪਦੇਸ਼ ਨਾਲ ਪਰਮੇਸ਼ਰ ਵਿੱਚ ਸਮਾਈ ਨਹੀਂ ਹੋਣੀ। ਸੰਸਾਰ ਵਿੱਚ ਜੀ ਕਈਆਂ ਦਾ ਕਰਦਾ ਵਾ, ਚੇਲਾ ਬਣਨ ਦਾ ਨਹੀਂ ਜੀ ਕਰਦਾ ਕਿਸੇ ਦਾ, ਗੁਰੂ ਬਣਨ ਦਾ ਜੀ ਬਹੁਤਿਆਂ ਦਾ ਕਰਦਾ। ਇਸ ਕਰਕੇ ਸੰਸਾਰ 'ਚ ਕਦੀ 22 ਮੰਜੀਆਂ ਢਾਹ ਕੇ ਗੁਰੂ ਬੈਠ ਗਏ, ਹੁਣ ਤਾਂ 22,000 ਤੋਂ ਵੀ ਵੱਧ ਹੋਣੇ ਆ। ਇਸ ਕਰਕੇ ਉਹ ਕੱਚੇ ਪਿੱਲੇ ਜਿਹੜੇ ਗੁਰੂ ਆ ਨਾ, ਰੀਸ ਤਾਂ ਕਰਦੇ ਪੂਰੇ ਗੁਰੂ ਦੀ, ਪੂਰੇ ਗੁਰੂ ਦੇ ਵੇਖਦੇ ਆ ਨਾ, ਉਸ ਲੱਗਾ ਹੋਇਆ ਸੋਹਣਾ ਚੰਦੋਆ, ਚੌਰ ਝੁੱਲ ਰਿਹਾ, ਉੱਚਾ ਤਖਤ ਹੈ, ਨਮਸਕਾਰਾਂ ਹੁੰਦੀਆਂ, ਫਿਰ ਉਹ ਕਹਿੰਦੇ ਆਪਾਂ ਵੀ ਇਸ ਤਰ੍ਹਾਂ ਕਰੀਏ। ਅਧੂਰੇ ਜਿਹੜੇ ਆ ਕੱਚੇ ਪਿੱਲੇ, ਉਹ ਕਹਿੰਦੇ ਵੀ ਸਾਡੇ ਵਾਸਤੇ ਵੀ ਉੱਚਾ ਤਖਤ ਲਾਓ, ਸਾਡੇ ਵਾਸਤੇ ਵੀ ਉੱਚੀ ਸਟੇਜ ਬਣਾਓ, ਸਾਡੇ ਵਾਸਤੇ ਵੀ ਚੰਦੋਆ ਲਾਓ, ਸਾਡੇ ਵਾਸਤੇ ਵੀ ਚੌਰ ਚਲਾਓ ਤੇ ਸਾਨੂੰ ਵੀ ਆ ਕੇ ਨਮਸਕਾਰਾਂ ਕਰੋ। ਫਿਰ ਅਧੂਰਿਆਂ ਦੇ ਅਧੂਰੇ ਚੇਲੇ ਉਹ ਫਿਰ ਨਮਸਕਾਰਾਂ ਕਰਦੇ, ਲੈਣਾ ਲਾ ਕੇ ਮੱਥਾ ਵੀ ਟੇਕਦੇ ਆ। ਫਿਰ ਉਹ ਮੰਤਰ ਵੀ ਦਿੰਦਾ ਅਧੂਰਾ ਗੁਰੂ, ਉਹਦੇ ਤੋਂ ਮੰਤਰ ਵੀ ਲਿਆਉਂਦੇ। ਜੇ ਕੋਈ ਪੁੱਛ ਲਵੇ ਵੀ ਕਿਹੜਾ ਮੰਤਰ ਲਿਆਂਦਾ, ਤੇ ਫਿਰ ਉਹ ਕਹਿੰਦੇ ਸਾਡੇ ਗੁਰੂ ਨੇ ਦੱਸਿਆ ਹੀ ਵੀ ਕਿਸੇ ਨੂੰ ਦੱਸੀ ਨਾ, ਕਿਸੇ ਨੂੰ ਦੱਸੀ ਨਾ। ਤੇ ਕਈ ਇੱਥੋਂ ਤੱਕ ਵੀ ਕਹਿ ਦਿੰਦੇ ਵੀ ਸਾਡੇ ਗੁਰੂ ਨੇ ਆਖਿਆ ਜੇ ਕਿਸੇ ਨੂੰ ਦੱਸਿਆ ਇਹ ਜਿਹੜਾ ਮੰਤਰ ਮੈਂ ਤੈਨੂੰ ਦਿੱਤਾ ਤੇ ਫਿਰ ਤੈਨੂੰ ਕੋਹੜ ਹੋ ਜਾਵੇਗਾ, ਜੇ ਕਿਸੇ ਨੂੰ ਦੱਸਿਆ ਤੇ ਤੈਨੂੰ ਕੋਹੜ ਹੋ ਜਾਵੇਗਾ। ਉਹ ਫਿਰ ਅੱਗੇ ਵਿਚਾਰਵਾਨ ਕਹਿੰਦੇ ਵੀ ਪਹਿਲਾਂ ਤੇ ਤੇਰੇ ਉਹ ਕੱਚੇ ਗੁਰੂ ਨੂੰ ਕੋਹੜ ਹੋਣਾ ਚਾਹੀਦਾ ਕਿ ਉਹਨੇ ਤੈਨੂੰ ਦੱਸਿਆ ਨਾ, ਵੀ ਪਹਿਲਾਂ ਤੇ ਉਹਨੂੰ ਹੋਵੇ ਕੋਹੜ, ਤੇ ਫਿਰ ਤੂੰ ਉਹਦੇ ਤੋਂ ਸੁਣਿਆ, ਫਿਰ ਤੈਨੂੰ ਹੋਣਾ ਚਾਹੀਦਾ ਕਿ ਉਹ ਕਿਹੋ ਜਿਹਾ ਮੰਤਰ ਆ ਜਿਹੜਾ ਕਿਸੇ ਨੂੰ ਦੱਸਦਿਆਂ ਵੀ ਡਰ ਲੱਗਦਾ ਵਾ ਕਿ ਦੱਸਣਾ ਨਹੀਂ, ਕਿਉਂਕਿ ਉਹਨਾਂ ਨੇ ਕੀ ਪਤਾ ਕੰਨ 'ਚ ਕੀ ਗਾਲ ਕੱਢੀ ਹੁੰਦੀ ਹੈ ਜਾਂ ਕੀ ਬੋਲਿਆ ਹੁੰਦਾ ਵੀ ਕਿਸੇ ਨੂੰ ਦੱਸੀ ਨਾ ਤੂੰ, ਤੇ ਉਹ ਦੱਸਣ ਜੋਗਾ ਹੁੰਦਾ ਹੀ ਨਹੀਂ। ਦੱਸਣਾ ਕੀ ਹੈ ਜੇ ਕੁਝ ਪੱਲੇ ਹੋਵੇ ਤੇ ਕਿਸੇ ਨੂੰ ਦੱਸਿਆ ਜਾਵੇ। ਪਰ ਪੂਰੇ ਸਤਿਗੁਰਾਂ ਨੇ ਤਾਂ ਸਾਰੀ ਸ੍ਰਿਸ਼ਟੀ ਦੇ ਵਿੱਚ, 4 ਚੱਕਾਂ ਵਿੱਚ, 9 ਖੰਡਾਂ ਵਿੱਚ ਢੰਡੋਰਾ ਦਿੱਤਾ। ਢੰਡੋਰਾ ਵੀ ਆ ਜੇ ਮੂਲ ਮੰਤਰ, ਆ ਜੇ ਗੁਰ ਮੰਤਰ, ਆਵਾ ਜਪਜੀ ਸਾਹਿਬ ਦੀ ਬਾਣੀ, ਇਹਨੂੰ ਪੜ੍ਹੋ ਤੇ ਗੱਜ ਗੱਜ ਕੇ ਪੜ੍ਹੋ, ਭਾਵੇਂ ਸਪੀਕਰ ਲਾ ਕੇ ਪੜ੍ਹੋ, ਮੈਕ 'ਚ ਪੜ੍ਹੋ, ਜਿੰਨਾ ਮਰਜ਼ੀ ਆਨੰਦ ਨਾਲ ਪੜ੍ਹੋ। ਇੱਥੇ ਦੱਸਣ ਦਸਾਉਣ ਦਾ ਕੋਈ ਰੌਲਾ ਹੀ ਨਹੀਂ, ਜਿਹੜਾ ਮਰਜ਼ੀ ਕੋਈ ਸੁਣੀ ਜਾਵੇ। ਮੂਲ ਮੰਤਰ ਪੜ੍ਹਿਆ ਜਾਂਦਾ ਵਾ, ਸਾਰੇ ਜਪੀ ਜਾਓ ਨਾਲ ਰਲ ਕੇ। ਗੁਰ ਮੰਤਰ ਪੜ੍ਹਿਆ ਜਾਂਦਾ ਪੂਰੇ ਗੁਰੂ ਦਾ, ਸਾਰੇ ਰਲ ਕੇ ਨਾਲ ਪੜ੍ਹਦੇ। ਬਾਣੀ ਅੰਮ੍ਰਿਤ ਵੇਲੇ 5 ਬਾਣੀਆਂ ਪੜ੍ਹੀਆਂ ਜਾਂਦੀਆਂ, ਸਾਰੀਆਂ ਸੰਗਤਾਂ, ਸਾਰੇ ਪਿੰਡ 'ਚ ਆਵਾਜ਼ ਜਾਂਦੀ, ਸਾਰੇ ਸ਼ਹਿਰ 'ਚ ਆਵਾਜ਼ ਜਾਂਦੀ ਹੁੰਦੀ ਹੈ ਸਪੀਕਰ ਦੀ। ਚਲੋ ਸ਼ਹਿਰਾਂ ਦੇ ਵਿੱਚ ਜਿਹੜੇ ਸਪੀਕਰ ਬਾਹਰਲੇ ਨਹੀਂ ਲਾਏ ਜਾਂਦੇ, ਪਿੰਡਾਂ ਦੇ ਵਿੱਚ ਉਤਲੇ ਲੱਗੇ ਹੁੰਦੇ ਆ, ਸਾਰੇ ਪਿੰਡ ਦੇ ਵਿੱਚ ਆਵਾਜ਼ ਜਾਂਦੀ ਹੁੰਦੀ ਜਦੋਂ 5 ਬਾਣੀਆਂ ਦਾ ਨਿਤਨੇਮ ਹੁੰਦਾ। ਹੁਣ ਇਹ ਆ ਵੀ ਕੋਈ ਸੁਣ ਲਵੇ ਕੋਈ ਨਾ ਸੁਣ ਲਵੇ, ਉਹ ਤਾਂ ਆਪਦੇ ਭਾਗਾਂ ਤੇ ਆ ਨਾ। ਪਰ ਅਧੂਰੇ ਕਹਿੰਦੇ ਦੱਸਣਾ ਨਹੀਂ ਕਿਸੇ ਨੂੰ। ਤੇ ਮਹਾਰਾਜ ਨੇ ਬਾਣੀ 'ਚ ਆਖਿਆ ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ। ਇਹ ਕੱਚੇ ਪਿੱਚੇ ਪਿੱਲੇ ਆ ਨਾ, ਉਹ ਰੀਸ ਤਾਂ ਕਰਦੇ ਪੂਰੇ ਗੁਰੂ ਦੀ, ਪੱਲੇ ਕੁਝ ਹੈ ਨਹੀਂ ਦੱਸਣ ਜੋਗਾ। ਜਾਂ ਇਸੇ ਤਰ੍ਹਾਂ ਗੁਰੂ ਕੀ ਬਾਣੀ ਦੇ ਸ਼ਬਦ ਲੈ ਕੇ ਵਿੱਚੋਂ ਵਿੱਚੋਂ ਪੰਕਤੀਆਂ ਲੈ ਕੇ ਇਹਨਾਂ ਰਾਹੀਂ ਉਪਦੇਸ਼ ਦੇਣਗੇ। ਪੂਰੇ ਗੁਰੂ ਦੀ ਬਾਣੀ ਦੀਆਂ ਪੰਕਤੀਆਂ ਲੈ ਕੇ
ਵੀ ਫਿਰ ਜਿਸ ਗੁਰੂ ਸਾਹਿਬ ਦੀ ਬਾਣੀ ਪੜ੍ਹ ਕੇ ਸੁਣਾਉਂਦੇ ਜੇ ਵੀ ਦੱਸੋ ਨਾ ਵੀ ਇਹ ਬਾਣੀ ਕਿਹਦੀ ਆ, ਵੀ ਇਹ ਬਾਣੀ ਤਾਂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਦੀ ਆ, ਇਹ ਬਾਣੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆ। ਬਾਣੀ ਗੁਰੂ ਸਾਹਿਬ ਜੀ ਦੀ ਲੈ ਲੈਣੀ, ਸ਼ਬਦ ਮਹਾਰਾਜ ਦੇ ਲੈ ਲੈਣੇ ਤੇ ਨਾਮ ਆਪਣਾ ਵਰਤਣਾ। ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ, ਸੇ ਕੂੜਿਆਰ ਕੂੜੇ ਝੜ ਪੜ ਗਿਆ। ਮਹਾਰਾਜ ਕਹਿੰਦੇ ਉਹ ਕੂੜਿਆਰ ਆ, ਝੂਠੇ ਲੋਕ ਆ ਤੇ ਝੜ ਪੈਣਗੇ। ਉਹਨਾਂ ਨੇ ਆਪ ਵੀ ਝੜ ਜਾਣਾ, ਉਹਨਾਂ ਦੇ ਚੇਲਿਆਂ ਨੇ ਵੀ ਝੜ ਜਾਣਾ। ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਵੀ ਅੰਧੇ ਕਰਮ ਕਰੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਆਖਿਆ ਕਿ ਜਿਨ੍ਹਾਂ ਦਾ ਅੰਨਾ ਗੁਰੂ ਹੈ ਨਾ, ਅਗਿਆਨੀ ਗੁਰੂ ਆ, ਉਹ ਅਗਿਆਨੀ ਅੰਧੇ ਗੁਰੂ ਦੇ ਜਿਹੜੇ ਸਿੱਖ ਬਣ ਗਏ ਉਹ ਵੀ ਅੰਧੇ ਆ ਤੇ ਉਹ ਵੀ ਅੰਧੇ ਕਰਮ ਹੀ ਕਰਦੇ। ਇਸ ਕਰਕੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਬਚਨ ਆ, ਮਹਾਰਾਜ ਕਹਿੰਦੇ ਕੱਚੇ ਗੁਰੂ ਨੇ ਮੁਕਤੀ ਨਹੀਂ ਦੇਣੀ। ਕੱਚਾ ਗੁਰੂ ਰੀਸ ਤਾਂ ਕਰ ਸਕਦਾ ਪੂਰੇ ਗੁਰੂ ਦੀ, ਮੱਥੇ ਟਿਕਾ ਸਕਦਾ ਏ, ਚੰਦੋਆ ਲਵਾ ਲੂਗਾ, ਚੌਰ ਕਰਾ ਲੂਗਾ, ਚੌੜਾ ਹੋ ਕੇ ਬੈਠ ਜਾਊਗਾ ਉੱਚੇ ਥਾਂ ਤੇ, ਪਰ ਪੂਰੇ ਗੁਰੂ ਵਾਲੀ ਸ਼ਕਤੀ ਕਿੱਥੋਂ ਲਿਆਉਣੀ ਹੈ? ਪੂਰੇ ਗੁਰੂ ਵਾਲੀ ਸ਼ਕਤੀ ਦੇ ਨਾਲ ਸਿੱਖ ਦਾ ਜੰਮਣ ਮਰਨ ਕਿਵੇਂ ਕੱਟਣਾ? ਇਹ ਤਾਂ ਪੂਰੇ ਗੁਰੂ ਹੀ ਕੱਟ ਸਕਦੇ। ਇਸ ਕਰਕੇ ਇੱਥੇ ਮਹਾਰਾਜ ਕਹਿੰਦੇ ਸਤਿਗੁਰ ਸ਼ਬਦ ਸਮਾਏ, ਕਿ ਸੱਚੇ ਗੁਰੂ ਦੇ ਸ਼ਬਦ ਨਾਲ ਜਦੋਂ ਸਿੱਧੋ ਸਿੱਖ ਜੁੜਦਾ ਹੈ ਨਾ, ਜੀਵ ਜੁੜਦਾ ਹੈ, ਸਿੱਖ ਬਣਦਾ ਹੈ, ਫਿਰ ਇਹ ਸੱਚੇ ਗੁਰੂ ਦੇ ਸ਼ਬਦ ਦੇ ਰਾਹੀਂ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਸਮਾਈ ਹੁੰਦੀ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ ਦਾ ਹੁਕਮ ਹੈ ਕਿ ਭਾਈ ਪੂਰਾ ਗੁਰੂ ਪੂਰੇ ਪਰਮੇਸ਼ਰ ਨਾਲ ਜੋੜਦਾ। ਇਸ ਕਰਕੇ ਪੂਰੇ ਦਾ ਉਪਦੇਸ਼ ਸੁਣ। ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਪੂਰੇ ਗੁਰ ਕਾ ਸੁਣੇ ਉਪਦੇਸ਼, ਪੂਰੇ ਗੁਰ ਕਾ ਸੋਹਣੇ 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 ਉਪਦੇਸ਼। ਪਾਰ ਬ੍ਰਹਮ ਨਿਕਟ ਕਰ ਪੇਖ, ਪਾਰ ਬ੍ਰਹਮ ਨਿਕਟ ਕਰ ਪੇਖ, ਪਾਰ ਬ੍ਰਹਮ ਨਿਕਟ ਕਰ ਪੇਖ, ਪਾਰ ਬ੍ਰਹਮ ਨਿਕਟ ਕਰ ਪੇਖ। ਸਾਸ ਸਾਸ ਸਿਮਰਹੁ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਸਾਸ ਸਾਸ ਸਿਮਰਹੁ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਆਸ ਅਨਿਤ ਤਿਆਗਹੁ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ। ਆਸ ਅਨਿਤ ਤਿਆਗਹੁ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ। ਆਪ ਛੋੜ ਬੇਨਤੀ ਕਰਹੁ, ਆਪ ਛੋੜ ਬੇਨਤੀ ਕਰਹੁ। ਆਪ ਛੋੜ ਬੇਨਤੀ ਕਰਹੁ, ਆਪ ਛੋੜ ਬੇਨਤੀ ਕਰਹੁ। ਸਾਧ ਸੰਗ ਅਗਨ ਸਾਗਰ ਤਰਹੁ, ਸਾਧ ਸੰਗ ਅਗਨ ਸਾਗਰ ਤਰਹੁ। ਸਾਧ ਸੰਗ ਅਗਨ ਸਾਗਰ ਤਰਹੁ, ਸਾਧ ਸੰਗ ਅਗਨ ਸਾਗਰ ਤਰਹੁ। ਹਰ ਧਨ ਕੇ ਭਰ ਲੇਹੋ ਪੰਡਾਰ, ਹਰ ਧਨ ਕੇ ਭਰ ਲੇਹੋ ਪੰਡਾਰ। ਹਰ ਧਨ ਕੇ ਭਰ ਲਿਓ ਭੰਡਾਰ, ਹਰ ਧਨ ਕੇ ਭਰ ਲਿਓ ਭੰਡਾਰ। ਨਾਨਕ ਗੁਰ ਪੂਰੇ ਨਮਸਕਾਰ, ਨਾਨਕ ਗੁਰ ਪੂਰੇ ਨਮਸਕਾਰ, ਨਾਨਕ ਗੁਰ ਪੂਰੇ ਨਮਸਕਾਰ, ਨਾਨਕ ਗੁਰ ਪੂਰੇ ਨਮਸਕਾਰ। ਮਹਾਰਾਜ ਕਹਿੰਦੇ ਭਾਈ ਹਰ ਧਨ ਦੇ ਭੰਡਾਰੇ ਭਰ ਜਾਣਗੇ, ਨਾਮ ਧਨ ਦੇ ਭੰਡਾਰੇ ਭਰ ਜਾਣਗੇ, ਪਰ ਉਦੋਂ ਭਰਨਗੇ ਜਦੋਂ ਪੂਰੇ ਗੁਰੂ ਨੂੰ ਨਮਸਕਾਰ ਕਰਾਂਗੇ। ਪੂਰੇ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, 10 ਪਾਤਸ਼ਾਹੀਆਂ, 10 ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵੱਡੇ ਅਵਰ ਨਾ ਕੋਏ। ਵਾਹੋ ਵਾਹੋ ਅਗਮ ਅਥਾਹੋ ਹੈ, ਵਾਹੋ ਵਾਹੋ ਸੱਚਾ ਸੋਏ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਗਰੀਬ ਨਵਾਜ ਸਾਹਿਬ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਸੁਖਮ ਨਾਮ ਪਿੰਗਰਾ ਬੁਝੈ, ਜਾ ਆਪੇ ਲਖ ਲਖਾਏ।
ਸਤਿਗੁਰ ਸ਼ਬਦ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।